ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਾਂ ਕਹਾਣੀਆਂ ਦੇ ਬਹੁਤ ਹੀ ਮਹਾਨ ਨਾਮ, ਕਹਾਣੀਆਂ ਦੇ ਰੱਬ ਕਹੇ ਜਾਣ ਵਾਲੇ ਹਸਨ ਮੰਟੋ ਬਾਰੇ ਗੱਲ ਕਰਾਂਗੇ। ਉਰਦੂ ਸਾਹਿਤ ਦੇ ਵਿੱਚ 1932 ਤੋਂ ਲੈ ਕੇ 1955 ਤੱਕ ਬਹੁਤ ਵੱਡੀ ਗਿਣਤੀ ਵਿੱਚ ਲੇਖਕ ਹੋਏ। ਇਹ ਸਮਾਂ ਅਜਿਹਾ ਸਮਾਂ ਸੀ ਜਦੋਂ ਇਸ ਸਾਹਿਤ ਦੇ ਵਿੱਚ ਬਹੁਤ ਤਬਦੀਲੀਆਂ ਆ ਰਹੀਆਂ ਸੀ। ਗਜ਼ਲਾਂ ਦੇ ਵਿੱਚ ਵੀ ਤਬਦੀਲੀ ਆ ਰਹੀ ਸੀ, ਕਹਾਣੀਆਂ ਦੇ ਵਿੱਚ ਵੀ। ਰਾਜੇ ਰਾਣੀਆਂ ਨੂੰ ਛੱਡ ਕੇ ਧੰਦਾ ਕਰਨ ਵਾਲੀਆਂ ਔਰਤਾਂ ਦੇ ਉੱਪਰ ਕਹਾਣੀਆਂ ਲਿਖੀਆਂ ਜਾਣ ਲੱਗੀਆਂ ਸੀ। ਗਜ਼ਲ ਵਿੱਚ ਤਬਦੀਲੀ ਆ ਰਹੀ ਸੀ। ਮਾਰਕਸਵਾਦ ਆ ਜਿਹੜਾ ਉਹਦਾ ਬੋਲਬਾਲਾ ਹੋ ਗਿਆ ਸੀ। ਅੰਗਰੇਜ਼ੀ ਲੇਖਕ ਆ ਜਿਹੜੇ ਉਹਨਾਂ ਨੂੰ ਪੜ੍ਹਿਆ ਜਾਣ ਲੱਗਿਆ ਸੀ। ਇਸ ਸਮੇਂ ਦੇ ਦੌਰਾਨ ਉਰਦੂ ਸਾਹਿਤ ਦੇ ਵਿੱਚ ਦੋ ਨਾਮ ਬਹੁਤ ਹੀ ਜ਼ਿਆਦਾ ਪ੍ਰਸਿੱਧ ਹੋਏ ਜੋ ਅੱਜ ਵੀ ਪ੍ਰਸਿੱਧ ਆ। ਰਜਿੰਦਰ ਸਿੰਘ ਬੇਦੀ ਅਤੇ ਪਹਿਲੇ ਨੰਬਰ ਉੱਪਰ ਸੀ ਹਸਨ ਮੰਟੋ। ਇਹ ਦੋ ਇਨਸਾਨ ਸੀ। ਰਜਿੰਦਰ ਸਿੰਘ ਬੇਦੀ ਦਾ ਪਰਿਵਾਰ ਤਾਂ ਫਿਲਮਾਂ ਵਿੱਚ ਅਜੇ ਵੀ ਤੁਸੀਂ ਦੇਖਿਆ ਹੋਣਾ, ਜਿਹੜਾ ਬੇਦੀ ਅਖਵਾਉਂਦੇ ਆ ਉਹ ਇਹਨਾਂ ਦੇ ਰਜਿੰਦਰ ਸਿੰਘ ਬੇਦੀ ਦੇ ਪਰਿਵਾਰ ਵਿੱਚੋਂ ਆ। ਇਹਨਾਂ ਨੇ ਬਹੁਤ ਵੱਡੀ ਗਿਣਤੀ ਵਿੱਚ ਫਿਲਮਾਂ ਦੇ ਵਿੱਚ ਕੰਮ ਕੀਤਾ। ਇੱਕ ਲੰਮੀ ਲਿਸਟ ਆ ਉਹਨਾਂ ਦੀ। ਨਾਵਲ ਬਹੁਤ ਸਾਰੇ ਲਿਖੇ ਰਜਿੰਦਰ ਸਿੰਘ ਬੇਦੀ ਨੇ, ਪਰ ਆਪਾਂ ਗੱਲ ਕਰਨੀ ਅੱਜ ਹਸਨ ਮੰਟੋ ਬਾਰੇ। ਰਜਿੰਦਰ ਸਿੰਘ ਬੇਦੀ ਦੀ ਕਹਾਣੀ ਲਾਜਵੰਤੀ ਅਤੇ ਇਹਨਾਂ ਦੀ ਕਹਾਣੀ ਟੋਬਾ ਟੇਕ ਸਿੰਘ ਮਹਾਨ ਕਹਾਣੀਆਂ ਵਿੱਚ ਗਿਣੀਆਂ ਜਾਣ ਵਾਲੀਆਂ ਕਹਾਣੀਆਂ। ਪਰ ਇਸ ਦਾ ਮਤਲਬ ਇਹ ਨਹੀਂ ਕਿ ਇਹਨਾਂ ਦੀਆਂ ਹੋਰ ਕਹਾਣੀਆਂ ਮਹਾਨ ਨਹੀਂ। ਉਹ ਅਲੱਗ ਵਿਸ਼ਿਆਂ ਦੇ ਵਿੱਚ ਇਸ ਤੋਂ ਵੀ ਜ਼ਿਆਦਾ ਦਿਲ ਹਲੂਣ ਦੇਣ ਵਾਲੀਆਂ ਕਹਾਣੀਆਂ। ਰਜਿੰਦਰ ਸਿੰਘ ਬੇਦੀ ਤਾਂ ਜਾਣੇ ਹੀ ਇਸ ਲਈ ਜਾਣਿਆ ਕਿ ਉਹਨਾਂ ਨੇ ਦਿਲ ਨੂੰ ਝੰਜੋੜਨ ਵਾਲੀਆਂ ਕਹਾਣੀਆਂ ਲਿਖੀਆਂ। ਹਸਨ ਮੰਟੋ ਆ ਜਿਹੜਾ, ਇਹਨਾਂ ਨੇ ਕੋਠਿਆਂ ਉੱਪਰ ਰਹਿਣ ਵਾਲੀਆਂ, ਜਿਹੜੀਆਂ ਧੰਦਾ ਕਰਨ ਵਾਲੀਆਂ ਔਰਤਾਂ ਉੱਪਰ ਬਹੁਤ ਹੀ ਜ਼ਿਆਦਾ ਕਹਾਣੀਆਂ ਲਿਖੀਆਂ ਅਤੇ ਇਹਨਾਂ ਉੱਪਰ ਅਸ਼ਲੀਲਤਾ ਦਾ ਇਲਜ਼ਾਮ ਵੀ ਲੱਗਿਆ, ਜਿਹਦੇ ਲਈ ਇਹਨਾਂ ਨੂੰ ਕਈ ਵਾਰ ਸਜ਼ਾ ਹੋਈ, ਕਦੇ ਜੁਰਮਾਨਾ ਹੋਇਆ। ਸਭ ਤੋਂ ਪਹਿਲਾਂ ਤਾਂ ਆਪਾਂ ਦੇਖੀਏ ਇਹਨਾਂ ਦੀਆਂ ਛੋਟੀਆਂ ਕਹਾਣੀਆਂ, ਦੋ ਸਤਰਾਂ ਦੀਆਂ ਕਹਾਣੀਆਂ ਵੀ ਮਿਲਦੀਆਂ। ਹਸਨ ਮੰਟੋ, ਇਹਨਾਂ ਦਾ ਜਿਹੜਾ ਇਹਨਾਂ ਦੇ ਪਰਿਵਾਰ ਦਾ ਜੱਦੀ ਪਿੰਡ ਸੀ ਉਹ ਅੰਮ੍ਰਿਤਸਰ ਸੀ, ਪਰ ਇਹਨਾਂ ਦਾ ਜਨਮ ਲੁਧਿਆਣਾ ਦੇ ਸਮਰਾਲਾ ਦੇ ਵਿੱਚ ਹੋਇਆ। ਸਮਰਾਲਾ ਦੇ ਵਿੱਚ ਜਿਹੜਾ ਇਹਨਾਂ ਦਾ ਜਨਮ ਹੁੰਦਾ 1912 ਦੇ ਵਿੱਚ। 11 ਮਈ 1912 ਨੂੰ ਇਹਨਾਂ ਦਾ ਜਨਮ ਹੋਇਆ ਅਤੇ 18 ਜਨਵਰੀ 1955 ਵਿੱਚ ਇਹਨਾਂ ਦਾ ਦੇਹਾਂਤ ਹੁੰਦਾ ਪਾਕਿਸਤਾਨ ਲਾਹੌਰ ਦੇ ਵਿੱਚ, ਕਿਉਂਕਿ 1947 ਤੋਂ ਬਾਅਦ 1948 ਦੇ ਵਿੱਚ ਇਹ ਭਾਰਤ ਛੱਡ ਕੇ ਪਾਕਿਸਤਾਨ ਦੇ ਵਿੱਚ ਚਲੇ ਗਏ। 1947 ਨੂੰ ਛੱਡ ਕੇ ਆਪਾਂ 84 ਦੀ ਗੱਲ ਕਰੀਏ, ਉਸ ਸਮੇਂ ਦੀਆਂ ਜਿਹੜੀਆਂ ਕਹਾਣੀਆਂ ਆਪਾਂ ਪੜ੍ਹ ਲਈਏ, ਲੇਖਕ ਦਾ ਨਾਮ ਕੱਟ ਦਿੱਤਾ ਜਾਵੇ, ਲੁਕੋ ਦਿੱਤਾ ਜਾਵੇ, ਤਾਂ ਕਹਾਣੀ ਪੜ੍ਹ ਕੇ ਪਤਾ ਲੱਗ ਜਾਏਗਾ ਕਿ ਹਿੰਦੂ ਦੀ ਕਹਾਣੀ ਲਿਖੀ ਆ ਜਾਂ ਕਿਸੇ ਸਿੱਖ ਨੇ ਕਹਾਣੀ ਲਿਖੀ ਆ, ਕਿਉਂਕਿ ਉਹਨਾਂ ਦੀ ਜਿਹੜੀ ਧਾਰਮਿਕ ਕੱਟੜਤਾ ਉਹ ਦਿਖਦੀ ਆ। ਉਹਨਾਂ ਦੇ ਲਫ਼ਜ਼ ਦਿਖਣਗੇ, ਕੋਈ ਆਪਣੇ ਆਪ ਨੂੰ ਸੱਚਾ ਸਾਬਤ ਕਰ ਰਿਹਾ ਹੋਵੇਗਾ, ਜਾਇਜ਼ ਵੀ ਗੱਲ ਨੂੰ ਠਹਿਰਾ ਰਿਹਾ ਹੋਵੇਗਾ, ਉਹ ਵੀ ਗਲਤ ਆ, ਉੱਥੇ ਵੀ ਧਾਰਮਿਕ ਕੱਟੜਤਾ ਦਿਖੇਗੀ। ਜੋ ਜਾਇਜ਼ ਠਹਿਰਾ ਰਿਹਾ ਹੋਵੇਗਾ ਕਿ ਇਹ ਚੀਜ਼ ਤਾਂ ਹੋਣੀ ਸੀ। ਪਰ ਇਹ ਲੇਖਕ ਇੱਕ ਅਜਿਹਾ ਲੇਖਕ ਆ ਜੋ ਕਹਾਣੀਆਂ ਤੋਂ ਕੋਈ ਨਹੀਂ ਕਹਿ ਸਕਦਾ ਕਿ ਮੁਸਲਮਾਨ ਆ। ਇਹਨਾਂ ਦਾ ਮੰਨਣਾ ਕਿ ਇਹ ਨਾ ਕਹੋ ਕਿ ਲੱਖ ਮੁਸਲਮਾਨ ਮਰ ਗਿਆ, 1 ਲੱਖ ਸਿੱਖ ਮਰ ਗਏ, ਇਹ ਕਹੋ ਕਿ ਇਨਸਾਨ ਮਰ ਗਏ। ਹਸਨ ਮੰਟੋ, ਇਹ ਨਾ ਤਾਂ ਮਿੰਟੂ ਹੈ ਅਤੇ ਨਾ ਹੀ ਮਿੰਟੋ ਆ, ਇਹ ਮੰਟੋ ਆ, ਜੋ ਕਿ ਇੱਕ ਕਸ਼ਮੀਰੀ ਬ੍ਰਾਹਮਣਾਂ ਦਾ ਇੱਕ ਮੁਹੱਲਾ ਸੀ, ਜਾਂ ਉਹਨਾਂ ਦਾ ਗੋਤ ਸੀ, ਜਾਂ ਉਹਨਾਂ ਨੂੰ ਇਹ ਅੱਲ ਸੀ। ਉੱਥੋਂ ਹੀ, ਉਸ ਮੁਹੱਲੇ ਤੋਂ ਇਹਨਾਂ ਨੂੰ ਮੰਟੋ ਜਿਹੜਾ ਇਹਨਾਂ ਦੇ ਨਾਮ ਨਾਲ ਪਿਆ। ਕਸ਼ਮੀਰ ਦੇ ਵਿੱਚ ਮੰਟੋ ਦਾ ਮਤਲਬ ਹੈ ਤੱਕੜੀ, ਮਤਲਬ ਜਿਹੜੇ ਪਰਿਵਾਰਾਂ ਨੂੰ ਪਰਮਾਤਮਾ ਨੇ ਤੱਕੜੀਆਂ ਭਰ ਕੇ ਧਨ ਦੌਲਤ ਦਿੱਤੀ ਆ, ਉਹਨਾਂ ਨੂੰ ਕਿਹਾ ਜਾਂਦਾ ਮੰਟੋ। ਹੁਣ ਆਪਾਂ ਇਹਨਾਂ ਦੀਆਂ ਕਹਾਣੀਆਂ ਬਾਰੇ ਦੇਖੀਏ ਤਾਂ ਇਹਨਾਂ ਨੇ ਨਿੱਕੀਆਂ ਕਹਾਣੀਆਂ ਵੀ ਲਿਖੀਆਂ ਜੋ ਗੂਗਲ ਉੱਪਰ ਤੁਹਾਨੂੰ ਮਿਲ ਜਾਣਗੀਆਂ। ਕਈ ਕਹਾਣੀਆਂ ਤਾਂ ਇਹਨਾਂ ਦੀਆਂ ਦੋ ਸਤਰਾਂ ਦੀਆਂ, ਜਿਵੇਂ ਕਰਾਮਾਤ ਕਹਾਣੀ ਵਿੱਚ ਦੱਸਿਆ ਗਿਆ ਕਿ ਲੁੱਟ ਦਾ ਮਾਲ ਸੀ ਜਿਹੜਾ, ਉਹ ਤਾਂ ਲੋਕਾਂ ਨੇ ਲੁਕਾਉਣਾ ਹੀ ਲੁਕਾਉਣਾ ਸੀ। ਕਈ ਲੋਕਾਂ ਕੋਲ ਵੈਸੇ ਹੀ ਸਮਾਨ ਜ਼ਿਆਦਾ ਸੀ, ਤਾਂ ਉਹ ਵੀ ਪੁਲਿਸ ਤੋਂ ਡਰਦੇ ਲੁਕੋ ਰਹੇ ਸੀ ਕਿ ਕਿਤੇ ਇਹਨੂੰ ਵੀ ਚੋਰੀ ਦਾ ਨਾ ਸਮਝ ਲਿਆ ਜਾਵੇ। ਤਾਂ ਜਿਹੜਾ ਬੰਦਾ ਇਹਦੇ ਵਿੱਚ ਉਹ ਚੋਰੀ ਦਾ ਸਮਾਨ ਆ ਜਾਂ ਕੁਝ ਵੀ ਆ ਉਹਦੇ ਕੋਲ, ਸ਼ੱਕਰ ਦੀਆਂ 2 ਬੋਰੀਆਂ, ਇੱਕ ਤਾਂ ਖੂਹ ਵਿੱਚ ਸਿੱਟਿਆ ਹੁੰਦਾ ਅਤੇ ਦੂਸਰੀ ਸਿੱਟਣ ਜਾਂਦਾ ਤਾਂ ਤਿਲਕ ਕੇ ਆਪ ਵੀ ਡਿੱਗ ਪੈਂਦਾ ਅਤੇ ਉਹਦੀ ਮੌਤ ਹੋ ਜਾਂਦੀ। ਅਗਲੇ ਦਿਨ ਉਹਨੂੰ ਕੱਢ ਲਿਆ ਜਾਂਦਾ। ਲੋੜ ਵੇਲੇ ਜਦੋਂ ਲੋਕ ਪਾਣੀ ਵਰਤਣ ਲੱਗਦੇ ਆ ਤਾਂ ਉਹ ਪਾਣੀ ਮਿੱਠਾ ਹੁੰਦਾ ਅਤੇ ਉਸ ਤੋਂ ਬਾਅਦ ਹੀ ਇਹਦੀ ਜਿਹੜੀ ਮਜ਼ਾਰ ਬਣਾਈ ਹੁੰਦੀ ਆ ਉੱਤੇ ਦੀਵੇ ਜਗਦੇ ਆ। ਰਿਆਇਤ ਕਹਾਣੀ ਇਹਨਾਂ ਦੀ। ਮੇਰੀਆਂ ਅੱਖਾਂ ਸਾਹਮਣੇ ਮੇਰੀ ਜਵਾਨ ਬੇਟੀ ਨੂੰ ਨਾ ਮਾਰੋ, ਉਹ ਕਹਿੰਦੇ ਆ ਚਲੋ, ਇਹਦੀ ਮੰਨ ਲਵੋ, ਕੱਪੜੇ ਉਤਾਰ ਕੇ ਹੱਕ ਦਿਓ ਇੱਕ ਪਾਸੇ ਨੂੰ।
ਸੌਰੀ ਆ ਜਿਨ੍ਹਾਂ ਦੀ ਕਹਾਣੀ, ਉਲਾਮਾ, ਆਰਾਮ ਦੀ ਜ਼ਰੂਰਤ, ਮਰਿਆ ਨਹੀਂ, ਦੇਖੋ ਅਜੇ ਜਾਨ ਬਾਕੀ ਆ, ਰਹਿਣ ਦੇ ਯਾਰ ਮੈਂ ਥੱਕ ਗਿਆ ਹਾਂ, ਅੱਖਾਂ ਉੱਤੇ ਚਰਬੀ, ਟੋਬਾ ਟੇਕ ਸਿੰਘ। ਕਹਾਣੀ ਤੋਂ ਪਹਿਲਾਂ ਆਪਾਂ ਇਹਨਾਂ ਦੀਆਂ ਹੋਰ ਕਹਾਣੀਆਂ ਬਾਰੇ ਦੇਖੀਏ। ਇਹਨਾਂ ਦੀਆਂ 6 ਕਹਾਣੀਆਂ ਲਗਭਗ, ਜਿਨ੍ਹਾਂ ਦੇ ਉੱਪਰ ਇਹਨਾਂ ਨੂੰ ਜਾਂ ਤਾਂ ਜੁਰਮਾਨਾ ਹੋ ਗਿਆ ਜਾਂ ਜੇਲ੍ਹ ਹੋ ਗਈ। ਜਿਹੜੇ ਰਸਾਲੇ ਦੇ ਵਿੱਚ ਇਹਨਾਂ ਦੀਆਂ ਕਹਾਣੀਆਂ ਛਪੀਆਂ, ਕਈ ਵਾਰ ਤਾਂ ਉਹਨਾਂ ਦੇ ਸੰਪਾਦਕ ਨੂੰ ਹੀ ਜੇਲ੍ਹ ਹੋ ਗਈ ਅਤੇ ਉਹ ਰਸਾਲੇ ਹੀ ਬੰਦ ਕਰ ਦਿੱਤੇ ਗਏ। ਕਹਾਣੀਆਂ ਤੋਂ ਬਿਨਾਂ ਜਿਹੜਾ ਇਹਨਾਂ ਨੇ ਅਦਾਲਤਾਂ ਦੇ ਵਿੱਚ ਆਪਣੇ ਪੱਖ ਰੱਖੇ, ਬਹੁਤ ਇਹਨਾਂ ਦੀ ਲੜੋ ਲੜਾਈ ਰਹੀ, ਬਹੁਤ ਜ਼ਿੰਦਗੀ ਇਹਨਾਂ ਨੇ ਆਪਣੀ ਉੱਥੇ ਜੱਜਾਂ ਨੂੰ, ਲੋਕਾਂ ਨੂੰ ਸਮਝਾਉਂਦੇ ਬਤੀਤ ਕਰ ਦਿੱਤੀ। ਅਤੇ ਉਹ ਗੱਲਾਂ 'ਚ ਕਾਫੀ ਦਮ ਵੀ ਹੈ ਇਹਨਾਂ ਦੀਆਂ ਗੱਲਾਂ 'ਚ। ਜਦੋਂ ਉੱਥੇ ਬਹਿਸ ਹੁੰਦੀ, ਆਪਣੇ ਆਪ ਨੂੰ ਜਾਇਜ਼ ਠਹਿਰਾਉਣ ਲਈ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਗੱਲ ਬਣੀ। ਇਹਨਾਂ ਦਾ ਮੰਨਣਾ ਸੀ ਕਿ ਸ਼ਬਦਾਂ ਵਿੱਚ ਅਸ਼ਲੀਲਤਾ ਨਹੀਂ ਹੁੰਦੀ, ਬਿਆਨ ਢੰਗ ਦੇ ਵਿੱਚ ਅਸ਼ਲੀਲਤਾ ਹੁੰਦੀ ਹੈ, ਉਸ ਨੂੰ ਬਿਆਨ ਕਿਵੇਂ ਕੀਤਾ ਗਿਆ। ਪਰ ਇਹ ਨਹੀਂ ਆਪਾਂ ਕਹਿ ਸਕਦੇ ਕਿ ਅਸ਼ਲੀਲਤਾ ਨਹੀਂ ਕਹਾਣੀਆਂ ਵਿੱਚ ਹੈ, ਪਰ ਇੱਕ ਅਸ਼ਲੀਲਤਾ, ਇੱਕ ਅਜਿਹੇ ਤਰ੍ਹਾਂ ਦੀ ਅਸ਼ਲੀਲਤਾ ਕਿ ਜਿਹੜੀ ਪਾਠਕ ਨੂੰ ਗੁੰਮਰਾਹ ਨਹੀਂ ਕਰਦੀ, ਪਾਠਕ ਨੂੰ ਉਤੇਜਿਤ ਨਹੀਂ ਕਰਦੀ, ਉਤੇਜਨਾ ਨਾਲ ਨਹੀਂ ਭਰਦੀ ਪਾਠਕ ਨੂੰ। ਜੋ ਵਿਸ਼ੇ ਲਈ ਇਹਨਾਂ ਨੇ ਕਹਾਣੀ ਲਿਖੀ ਆ, ਉਸੇ ਵਿਸ਼ੇ ਨਾਲ ਹੀ ਜੋੜ ਕੇ ਰੱਖਦੀ। ਇਹਨਾਂ ਦੀਆਂ 6 ਕਹਾਣੀਆਂ ਉੱਪਰ ਕੇਸ ਚੱਲੇ, ਜਿਨ੍ਹਾਂ ਦੇ ਵਿੱਚੋਂ ਆਪਾਂ ਇਹਨਾਂ ਦੀ ਸਭ ਤੋਂ ਜ਼ਿਆਦਾ ਦਿਲ ਹਲੂਣ ਦੇਣ ਵਾਲੀ ਕਹਾਣੀ ਖੋਲ੍ਹਦੇ ਆ, ਜੇਕਰ ਉਹਨੂੰ ਧਿਆਨ ਨਾਲ ਸਮਝਿਆ ਜਾਵੇ ਤਾਂ ਉਸ 47 ਦੇ ਦਰਦ ਨੂੰ, ਅਤੇ ਖਾਸ ਕਰਕੇ ਜਿਹੜੀਆਂ ਔਰਤਾਂ ਦੇ ਉੱਪਰ ਜਿਹੜੇ ਉਹ ਜ਼ੁਲਮ ਹੋਏ। ਠੰਡਾ ਗੋਸ਼ਤ ਕਹਾਣੀ ਦੇ ਲਈ ਇਹਨਾਂ ਨੂੰ ਉਹਨਾਂ ਸਮਿਆਂ ਦੇ ਵਿੱਚ 300 ਰੁਪਈਆ ਜੁਰਮਾਨਾ ਹੋਇਆ, 3 ਮਹੀਨਿਆਂ ਦੀ ਜੇਲ੍ਹ ਵੀ ਹੋ ਗਈ। ਅਜਿਹਾ ਕੀ ਸੀ ਠੰਡਾ ਗੋਸ਼ਤ ਦੇ ਵਿੱਚ? ਦੱਸਿਆ ਗਿਆ ਕਿ ਸਿੱਖ ਹੈ, ਪਤਾ ਨਹੀਂ ਉਹਦੀ ਪਤਨੀ ਹੈ ਕਿ ਰਖੇਲ ਆ, ਉਹ ਕਮਰੇ ਵਿੱਚ, ਕਿਸੇ ਕਮਰੇ ਵਿੱਚ, ਤਾਂ ਬੰਦਾ ਜਿਹੜਾ ਉਹ ਸਿੱਖ ਆ, ਉਹ 7-8 ਦਿਨਾਂ ਬਾਅਦ ਆਉਂਦਾ, 7 ਦਿਨਾਂ ਬਾਅਦ, ਤਾਂ ਆਪਸ ਵਿੱਚ ਉਹ ਮਿਲਾਪ ਕਰਨ ਦੀ ਕੋਸ਼ਿਸ਼ ਕਰਦੇ ਆ। ਇੱਥੇ ਅਸ਼ਲੀਲ ਵਰਣਨ ਇਹ ਕਰਦਾ ਕਿ ਉਹ ਪੂਰੀ ਸਥਿਤੀ ਬਿਆਨ ਕਰਦਾ ਕਿਵੇਂ ਉਹ ਕਰ ਰਹੇ ਆ, ਜਾਂ ਬੱਕਰੀ ਦੀ ਖੱਲ ਵਾਂਗ ਕੱਪੜੇ ਉਤਾਰ ਦਿੱਤੇ, ਉਹਦੀਆਂ ਮੁੱਛਾਂ ਦੇ ਵਾਲ ਉਹਦੇ ਨੱਕ ਵਿੱਚ ਪੈ ਗਏ, ਵਾਹਿਗੁਰੂ ਦੀ ਝੂਠੀ ਸਹੁੰ ਖਾ ਰਹੇ ਆ ਵਾਰ-ਵਾਰ ਕਿ ਨਹੀਂ ਵਾਹਿਗੁਰੂ ਦੀ ਸਹੁੰ, ਤੂੰ ਆਏਂ ਬਹੁਤ ਘੈਂਟ ਹੈ, ਤੂੰ ਇਸ ਤਰੀਕੇ ਨਾਲ ਹੈ। ਉਹ ਚੀਜ਼ਾਂ ਜਿਹੜੀਆਂ ਉਹ ਲਿਖ ਰਿਹਾ, ਅਤੇ ਜਿਹੜੀਆਂ ਆਮ ਹੈ ਵੀ ਮਿਲ ਜਾਂਦੀਆਂ ਇਸ ਤਰ੍ਹਾਂ ਦੀਆਂ ਜ਼ਿੰਦਗੀ ਵਿੱਚ। ਹੋਰ ਵੀ ਵਰਣਨ ਕਰਦਾ, ਮਤਲਬ ਉਹ ਜਿਹੜਾ ਇਨਸਾਨ ਆ ਉਹ ਦੱਸਦਾ ਵੀ ਹੈ ਕਿ ਜਿਹੜੀ ਔਰਤ, ਉਹਦਾ ਸਰੀਰ ਦੱਸਦਾ ਕਿ ਇਸ ਤਰ੍ਹਾਂ, ਅਤੇ ਇਹ ਵੀ ਦੱਸਦਾ ਕਿ ਉਹ ਮਰਦ ਖਾਸ ਇਸੇ ਔਰਤ ਲਈ ਬਣਿਆ ਹੋ ਸਕਦਾ, ਇਸ ਤੋਂ ਬਿਹਤਰ ਮਰਦ ਉਸ ਔਰਤ ਨੂੰ ਮਿਲ ਵੀ ਨਹੀਂ ਸਕਦਾ। ਪਰ ਕੀ ਹੁੰਦਾ ਕਿ ਉਹ ਬੰਦਾ ਨਾਕਾਮਯਾਬ ਰਹਿੰਦਾ, ਆਪਣੇ ਆਪ ਨੂੰ ਉਹ ਉਤੇਜਨਾ ਵਿੱਚ ਨਹੀਂ ਲਿਆ ਪਾਉਂਦਾ, ਉਸ ਸਥਿਤੀ ਵਿੱਚ ਨਹੀਂ ਲਿਆ ਪਾਉਂਦਾ, ਤਾਂ ਉਹ ਔਰਤ ਆ ਜਿਹੜੀ ਪਰੇਸ਼ਾਨ ਹੋ ਜਾਂਦੀ ਹੈ, ਅਤੇ ਤਲਵਾਰ ਪਈ ਹੁੰਦੀ ਹੈ, ਅਤੇ ਉਹਦੇ ਗਲ 'ਤੇ ਲਿਆ ਕੇ ਉਹਦੇ ਗਲ 'ਤੇ ਤਲਵਾਰ ਫੇਰ ਦਿੰਦੀ ਆ ਕਿ ਦੱਸ ਕਿਹੜੀ ਕੰਜਰੀ ਕੋਲ ਸੀ ਤੂੰ। ਹੁਣ ਪਤਾ ਲੱਗ ਜਾਂਦਾ ਕਿ ਇੰਨੇ ਦਿਨਾਂ ਬਾਅਦ ਆਇਆ ਅਤੇ ਫਿਰ ਵੀ ਇਹਦੀ ਇਹ ਸਥਿਤੀ ਹੋਈ ਪਈ ਆ, ਤਾਂ ਉਹ ਗਲ 'ਤੇ ਖੂਨ ਨਿਕਲ ਰਿਹਾ, ਅਤੇ ਉਹ ਦੱਸਦਾ ਕਿ ਅਸੀਂ ਜਿਹੜੇ ਘਰ ਵਿੱਚ ਲੁੱਟਣ ਗਏ ਸੀ, ਜਿਹੜੇ ਘਰ ਨੂੰ ਉੱਥੇ 5 ਚੀਤਾ ਅਸੀਂ ਮਾਰਤੇ ਸੀ, ਪਰ ਉੱਥੇ ਇੱਕ ਕੁੜੀ ਬਹੁਤ ਸੋਹਣੀ ਸੀ, ਵੀ ਮੈਂ ਸੋਚਿਆ ਤੇਰਾ ਸਵਾਦ ਤਾਂ ਰੋਜ਼ ਲਈਦਾ, ਅੱਜ ਇਹਦਾ ਸਵਾਦ ਲਈਏ। ਤਾਂ ਉਹਨੂੰ ਜੰਗਲ ਦੇ ਵਿੱਚ ਕਹਿੰਦਾ ਮੈਂ ਲੈ ਗਿਆ, ਅਤੇ ਜਦੋਂ ਉਹਦੇ ਨਾਲ ਕਹਿੰਦਾ ਮੈਂ ਦੱਸਦਾ ਵੀ ਉਦੋਂ ਉਹਦਾ ਜਿਹੜਾ ਬਲਾਤਕਾਰ ਕਰ ਰਿਹਾ ਹੁੰਦਾ, ਤਾਂ ਬਾਅਦ 'ਚ ਉਹਨੂੰ ਪਤਾ ਲੱਗਦਾ ਕਿ ਉਹ ਜਿਹੜੀ ਲੜਕੀ ਉਹ ਤਾਂ ਬਿਲਕੁਲ ਠੰਡੀ ਪਈ ਸੀ, ਮਤਲਬ ਉਹ ਲਾਸ਼ ਦੇ ਨਾਲ ਬਲਾਤਕਾਰ ਕਰਦਾ, ਅਤੇ ਉਹ ਦੱਸਦਾ। ਫਿਰ ਉਹ ਕਹਿੰਦਾ ਵੀ ਪਲੀਜ਼ ਮੈਨੂੰ ਮਾਰ ਨਾ, ਮੈਨੂੰ ਆਪਦਾ ਹੱਥ ਦੇ, ਜਿਹੜੀ ਉਹਦੀ ਪਤਨੀ ਆ ਜਾਂ ਰਖੇਲ ਆ, ਅਤੇ ਜਦੋਂ ਉਹਦਾ ਹੱਥ ਫੜ ਕੇ ਦੇਖਦੀ ਆ ਤਾਂ ਉਹ ਬਿਲਕੁਲ ਠੰਡਾ ਹੋਇਆ ਪਿਆ ਸੀ। ਮਤਲਬ ਇਹ ਦੱਸਿਆ ਕਿ ਉਹ ਲਾਸ਼ ਨਾਲ ਜਿਹੜਾ ਉਹਦਾ ਬਲਾਤਕਾਰ ਕਰਦਾ, ਅਤੇ ਇਸ ਤੋਂ ਬਾਅਦ ਜਿਹੜੀ ਜ਼ਿੰਦਗੀ ਆ ਉਹਦੀ ਬਿਲਕੁਲ ਖਤਮ ਹੋ ਜਾਂਦੀ ਹੈ। ਇਸ ਤੋਂ ਬਿਨਾਂ ਇਹਨਾਂ ਦੀਆਂ ਹੋਰ ਕਹਾਣੀਆਂ ਦੇ ਵਿੱਚ ਜਿਹੜੀ ਮੈਨੂੰ ਸਭ ਤੋਂ ਜ਼ਿਆਦਾ ਮਤਲਬ ਝੰਜੋੜਨ ਵਾਲੀ ਕਹਾਣੀ ਲੱਗੀ, ਉਹ ਖੋਲ੍ਹਦੇ ਕਹਾਣੀ ਲੱਗੀ ਇਹਨਾਂ ਦੀ। ਖੋਲ੍ਹਦੇ ਕਹਾਣੀ ਵਿੱਚ ਕੀ ਆ ਅਜਿਹਾ ਕਿ ਪਾਕਿਸਤਾਨ ਦਾ ਜਿਹੜਾ ਪਰਿਵਾਰ ਉੱਜੜ ਕੇ ਜਾ ਰਿਹਾ, ਤਾਂ ਇੱਕ ਪਿਤਾ, ਉਹਦੀ ਧੀ ਆ, ਤਾਂ ਉਹਦੀ ਜਿਹੜੀ ਧੀ ਆ ਉਹਦੇ ਨਾਲ ਇੱਧਰ ਲੋਕ ਬਲਾਤਕਾਰ ਕਰਦੇ ਆ, ਅਤੇ ਉਹ ਤੋਂ ਵਿਛੜ ਜਾਂਦੀ ਆ, ਉਹਦਾ ਪਿਤਾ ਇਕੱਲਾ ਰਹਿ ਜਾਂਦਾ, ਅਤੇ ਪਾਕਿਸਤਾਨ ਦੇ ਵਿੱਚ ਜਿਹੜਾ ਫੌਜੀਆਂ ਨੂੰ ਆ ਕੇ ਮਿੰਨਤਾਂ ਕਰਦਾ, ਉਹਨਾਂ ਨੂੰ ਦੱਸਦਾ ਕਿ ਮੇਰੀ ਬੇਟੀ ਆ ਬਹੁਤ ਖੂਬਸੂਰਤ ਆ, ਉਹਦੇ ਵਾਲ ਇਸ ਤਰ੍ਹਾਂ ਦਿਖਦੀ ਆ ਕਿ ਉਹ ਜਿੱਥੇ ਵੀ ਮਿਲੇ ਉਹਦੇ ਬਿਨਾਂ ਮੈਨੂੰ ਕੋਈ ਨਹੀਂ, ਬਸ ਮੇਰੀ ਬੇਟੀ ਮੈਨੂੰ ਮਿਲਾ ਦਿਓ, ਠੀਕ ਆ, ਉਹੀ ਮੇਰਾ ਇੱਕ ਪਰਿਵਾਰ ਬਚਿਆ, ਹੋਰ ਕੋਈ ਨਹੀਂ ਮੇਰੇ ਕੋਲ। ਤਾਂ ਉਹਨੂੰ ਦਿਲਾਸਾ ਦਿੰਦੇ ਆ ਕਿ ਕਹਿੰਦੇ ਕੋਈ ਗੱਲ ਨਹੀਂ, ਤੈਨੂੰ ਤੇਰੀ ਬੇਟੀ ਮਿਲ ਜਾਏਗੀ, ਅਸੀਂ ਲੱਭ ਦਾਂਗੇ। ਕਰਦੇ ਕਰਦੇ ਇੱਕ ਦਿਨ ਉਹਨਾਂ ਫੌਜੀਆਂ ਨੂੰ ਉਹਦੀ ਬੇਟੀ ਆ, ਜਿਵੇਂ ਉਹਨੇ ਦੱਸਿਆ ਸੀ, ਉਹਨਾਂ ਨੂੰ ਮਿਲ ਜਾਂਦੀ ਹੈ, ਅਤੇ ਪਾਗਲਾਂ ਦੀ ਤਰ੍ਹਾਂ ਪਾਟੇ ਕੱਪੜਿਆਂ ਦੇ ਵਿੱਚ ਉਹ
ਮਤਲਬ ਫਿਰਦੀ ਹੁੰਦੀ ਆ ਪਾਗਲਾਂ ਦੀ ਅਵਸਥਾ ਦੇ ਵਿੱਚ। ਜਦੋਂ ਉਹਦੇ ਕੋਲ ਜਾਂਦੇ ਆ ਉਹ, ਤਾਂ ਉਹ ਉਹਨਾਂ ਤੋਂ ਡਰ ਕੇ ਭੱਜਣ ਲੱਗਦੀ ਆ, ਪਰ ਉਹ ਦੱਸਦੇ ਆ ਕਿ ਅਸੀਂ ਤੇਰੇ ਹੀ ਧਰਮ ਦੇ ਹਾਂ, ਤੇਰਾ ਪਿਤਾ ਜਿਹੜਾ ਉਹਦੇ ਕੋਲ ਤੈਨੂੰ ਲੈ ਕੇ ਜਾਣਾ। ਅਤੇ ਉਹਨੂੰ ਖਾਣਾ ਪੀਣਾ ਦਿੰਦੇ ਆ, ਵਧੀਆ ਕੱਪੜੇ ਪਵਾਉਂਦੇ ਆ, ਉਹਦੇ ਕੱਪੜੇ ਪਵਾ ਕੇ ਗੱਡੀ 'ਚ ਬਿਠਾ ਕੇ ਉਹਦੇ ਪਿਤਾ ਦੇ ਕੋਲ ਦੀ ਵੀ ਲੰਘ ਜਾਂਦੇ ਆ। ਅਤੇ ਉਹਨਾਂ ਦਾ ਪਿਤਾ ਉਹਨਾਂ ਨੂੰ ਆਵਾਜ਼ਾਂ ਮਾਰਦਾ ਦੂਰੋਂ ਦੂਰੋਂ। ਉਹ ਕਹਿੰਦੇ ਕੋਈ ਗੱਲ ਨਹੀਂ, ਤੇਰੀ ਬੇਟੀ ਮਿਲੀ ਤੈਨੂੰ ਦੱਸਾਂਗੇ। ਪਰ ਇੱਥੇ ਕਹਾਣੀਕਾਰ ਨੇ ਮਤਲਬ ਖੁੱਲ੍ਹ ਕੇ ਨਹੀਂ ਦੱਸਿਆ, ਪਰ ਉਹਦੇ ਦੱਸਣ ਦਾ ਮਤਲਬ ਉਹਦੇ ਪਿਤਾ ਨੂੰ ਨਾ ਦੱਸਣ ਦਾ ਮਤਲਬ ਕਿ ਬੇਟੀ ਮਿਲ ਗਈ। ਉਹ ਵੀ ਅੱਗੇ ਉਹਦੇ ਨਾਲ ਮਤਲਬ ਜ਼ਬਰਦਸਤੀ ਕਰਦੇ ਆ, ਬਲਾਤਕਾਰ ਕਰਦੇ ਆ। ਦੂਸਰੇ ਦਿਨ ਉਹਦੇ ਪਿਤਾ ਨੂੰ ਖਬਰ ਪਹੁੰਚਾਈ ਜਾਂਦੀ ਹੈ ਕਿ ਤੇਰੀ ਬੇਟੀ ਜਿਹੜੀ ਹਸਪਤਾਲ ਦੇ ਵਿੱਚ ਹੈ। ਉਹਦਾ ਪਿਤਾ ਜਦੋਂ ਜਾਂਦਾ ਤਾਂ ਉਹ ਲੜਕੀ ਹੈ ਜਿਹੜੀ, ਠੀਕ ਆ, ਉਹ ਬਿਲਕੁਲ ਲਾਸ਼ ਬਣੀ ਪਈ ਆ, ਮਤਲਬ ਉਹਦੇ ਵਿੱਚ ਸਾਹ ਸੱਤ ਨਹੀਂ, ਬਿਲਕੁਲ ਮਰਨ ਕੰਢੇ ਆ ਉਹ। ਤਾਂ ਡਾਕਟਰ ਆਉਂਦਾ, ਉਹਦਾ ਪਿਤਾ ਉਹਨੂੰ ਦੇਖ ਕੇ ਉੱਚੀ ਉੱਚੀ ਰੌਲਾ ਪਾਉਂਦਾ ਕਿ ਮੇਰੀ ਧੀ ਮਾਰਤੀ, ਜ਼ਾਲਮਾਂ ਨੇ ਇਸ ਤਰ੍ਹਾਂ ਕਰਤਾ। ਤਾਂ ਜਦੋਂ ਡਾਕਟਰ ਆਉਂਦਾ ਤਾਂ ਉੱਥੇ ਹਨੇਰਾ ਹੋਣ ਕਰਕੇ ਤਾਂ ਉਹ ਕਹਿੰਦਾ ਕਿ ਬਾਰੀ ਖੋਲ੍ਹ ਦਿਓ। ਜਦੋਂ ਹੀ ਬਾਰੀ ਖੋਲ੍ਹ ਦਿਓ ਸ਼ਬਦ ਬੋਲਿਆ ਜਾਂਦਾ ਤਾਂ ਜਿਹੜੀ ਔਰਤ ਬਿਲਕੁਲ ਹੀ ਲਾਸ਼ ਬਣੀ ਪਈ ਸੀ ਉਹਦੇ ਵਿੱਚ ਹਰਕਤ ਹੁੰਦੀ ਆ। ਹਰਕਤ ਹੋਣ 'ਤੇ ਉਹ ਆਪਣੀ ਸਲਵਾਰ ਖੋਲ੍ਹਦੀ ਆ ਅਤੇ ਆਪਣੇ ਪੈਰਾਂ 'ਚ ਨੀਚੇ ਕਰ ਦਿੰਦੀ ਆ। ਹੁਣ ਇੱਥੇ ਸਮਝਣ ਵਾਲੀ ਗੱਲ ਇਹ ਆ ਕਿ ਉਹ ਔਰਤ ਨਾਲ ਜ਼ਬਰਦਸਤੀ ਇੰਨੀ ਹੋਈ ਆ ਕਿ ਉਹਨੂੰ ਇੱਕ ਲਫ਼ਜ਼ ਹੀ ਬੋਲਿਆ ਗਿਆ ਕਿ ਚੱਲ ਖੋਲ੍ਹ, ਚੱਲ ਖੋਲ੍ਹ, ਚਾਹੇ ਇੱਧਰਲੇ ਬੰਦੇ ਸੀ ਚਾਹੇ ਉੱਧਰਲੇ ਬੰਦੇ ਸੀ। ਅਤੇ ਉਹਦੀ ਮਾਨਸਿਕ ਸਥਿਤੀ, ਉਹਦੇ ਅੰਦਰਲਾ ਡਰ ਕੇ ਮੈਨੂੰ ਫੇਰ ਨਾ ਕੋਈ ਕੁੱਟੇ, ਮੈਨੂੰ ਫੇਰ ਨਾ ਕੋਈ ਮਾਰੇ, ਮੇਰੇ ਉੱਪਰ ਫੇਰ ਨਾ ਕੋਈ ਜ਼ੁਲਮ ਕਰੇ। ਬਾਰੀ ਖੋਲ੍ਹਣਾ ਵੀ ਉਹਨੂੰ ਲੱਗਦਾ ਕਿ ਇਹ ਕਹਿ ਰਿਹਾ ਖੋਲ੍ਹ ਦੇ। ਮਤਲਬ ਇਸ ਤੋਂ ਕੋਈ ਕਹਾਣੀ ਨਹੀਂ ਇਸ ਤੋਂ ਜ਼ਿਆਦਾ ਤੁਹਾਨੂੰ ਦਿਲ ਹਿਲਾਉਣੇਗੀ ਤੁਹਾਡਾ, ਜੇਕਰ ਕਹਾਣੀ ਪੜ੍ਹੀ ਜਾਵੇ ਤਾਂ। ਇਸ ਤੋਂ ਬਿਨਾਂ ਇਹਨਾਂ ਦੀਆਂ ਹੋਰ ਕਹਾਣੀਆਂ ਵੀ ਆ। ਹਰ ਕਹਾਣੀ ਹੀ ਇਹਨਾਂ ਦੀ ਇੱਕ ਅਲੱਗ ਤੋਂ ਅਲੱਗ ਹੈ। ਬਾਬੂ ਗੋਪੀਨਾਥ ਕਹਾਣੀ ਦੇ ਵਿੱਚ ਇਹਨਾਂ ਨੇ ਇੱਕ ਧੰਦਾ ਕਰਨ ਵਾਲੇ ਇਨਸਾਨ ਨੂੰ ਇੰਨਾ ਮਹਾਨ ਬਣਾ ਕੇ ਰੱਖ ਦਿੱਤਾ ਕਿ ਬਾਕੀ ਸਾਰੇ ਲੋਕ ਉਹਦੇ ਅੱਗੇ ਫਿੱਕੇ ਮਹਿਸੂਸ ਹੁੰਦੇ ਆ। ਧੰਦਾ ਕਰਨ ਵਾਲਾ ਇਨਸਾਨ ਜਿਹੜੀ ਉਹਦੇ ਰਖੇਲ ਰੱਖੀ ਹੋਈ ਆ, ਉਹ ਛੋਟੀ ਉਮਰ ਦੀ ਬੜੀ ਆ ਅਤੇ ਪਰ ਆਪ ਮਰਨ ਕੰਢੇ। ਪਰ ਮਰਨ ਤੋਂ ਪਹਿਲਾਂ ਉਹਦੇ ਦਿਲ 'ਚ ਆ ਜਾਂਦਾ ਕਿ ਬੜੀ ਭੋਲੀ ਆ ਵਿਚਾਰੀ, ਇਹਨੂੰ ਕੁਛ ਨਹੀਂ ਪਤਾ, ਇਹ ਕਿਵੇਂ ਇੰਨੀ ਜ਼ਿੰਦਗੀ ਲੰਮੀ ਬਤੀਤ ਕਰੇਗੀ, ਮੈਂ ਮਰ ਤਾਂ ਜਾਣਾ ਹੀ ਆ, ਥੋੜ੍ਹੇ ਚਿਰ ਨੂੰ ਮੇਰਾ ਅੰਤ ਆ ਗਿਆ, ਵੀ ਕਿਉਂ ਨਾ ਮੈਂ ਇਹਨੂੰ ਵਿਆਹ ਜਾਂ ਕਿਸੇ ਨਾਲ। ਤਾਂ ਉਹਦੇ ਦੋਸਤ ਵੀ ਮਦਦ ਕਰਦੇ ਆ, ਦੋਸਤ ਮਦਦ ਵੀ ਕਰਦੇ ਆ ਅਤੇ ਉਹਦਾ ਫਾਇਦਾ ਵੀ ਚੱਕਦੇ ਆ। ਉਹ ਜਦੋਂ ਜਾਂਦਾ ਜ਼ਮੀਨ ਜਮੂਨ ਵੇਚਣ, ਘਰ ਵੇਚਣ ਕਿ ਮੈਂ ਪੈਸੇ ਲਿਆਵਾਂ, ਇਹਨੂੰ ਦਾਜ ਵੀ ਚੰਗਾ ਦੇ ਦਾਂਗੇ, ਇਹਨੂੰ ਵਿਆਹ ਜੀਏ। ਤਾਂ ਲੇਖਕ ਵੀ ਉੱਥੇ ਹੀ ਆ, ਸਾਰੀ ਸਥਿਤੀ ਹੋ ਜਾਂਦੀ ਆ ਉਸੇ ਤਰ੍ਹਾਂ ਜਿਵੇਂ ਉਹ ਚਾਹੁੰਦਾ ਸੀ। ਉਵੇਂ ਉਹਨੂੰ ਇੱਕ ਚੰਗੇ ਅਮੀਰ ਘਰ ਦਾ ਮੁੰਡਾ ਮਿਲ ਜਾਂਦਾ, ਜਿਹੜਾ ਕਹਿੰਦਾ ਸੀ ਕਿ ਚੱਲ ਮੈਂ ਇਹਦੇ ਨਾਲ ਵਿਆਹ ਕਰਾਊਂਗਾ। ਵਿਆਹ ਕਰਾਉਣ ਤੋਂ ਬਾਅਦ ਜਦੋਂ ਸੁਹਾਗਰਾਤ ਲਈ ਬੈੱਡ ਦੇ ਉੱਪਰ ਬੈਠੀ ਹੋਈ ਆ ਤਾਂ ਲੇਖਕ ਮਜ਼ਾਕ ਵਿੱਚ ਉਹਨੂੰ ਕੋਈ ਗੱਲ ਕਹਿ ਦਿੰਦਾ ਅਤੇ ਉਹ ਲੜਕੀ ਆ ਜਿਹੜੀ ਉਹ ਰੋਣ ਲੱਗ ਜਾਂਦੀ ਉਹ ਮਜ਼ਾਕ ਦੇ ਵਿੱਚ। ਅਤੇ ਬਾਬੂ ਗੋਪੀਨਾਥ ਆ, ਉਹਦੀਆਂ ਅੱਖਾਂ 'ਚ ਹੰਝੂ ਆ ਜਾਂਦੇ ਆ, ਕਹਿੰਦਾ ਦੇਖਿਆ ਰਵਾ ਤਾ ਨਾ ਵਿਚਾਰੀ ਨੂੰ। ਮਤਲਬ ਬਹੁਤ ਲੰਮੀ ਕਹਾਣੀ ਹੈ ਇਹ, ਪਰ ਧਿਆਨ ਨਾਲ ਪੜ੍ਹਨੀ ਪਏਗੀ। ਹੱਤਕ ਬੋ ਕਹਾਣੀ ਇਹਨਾਂ ਦੀ, ਕਾਲੀ ਸਲਵਾਰ ਕਹਾਣੀ ਇਹਨਾਂ ਦੀ, ਟੀਟਵਾਲ ਦਾ ਕੁੱਤਾ ਕਹਾਣੀ ਜ਼ਰੂਰ ਪੜ੍ਹਨ ਵਾਲੀ ਆ। ਫੌਜੀਆਂ ਦੇ ਉੱਪਰ ਇੱਕ ਟੀਟਵਾਲ ਦੇ ਕੁੱਤੇ ਉੱਪਰ 1919 ਦੀ ਗੱਲ ਇੱਕ ਆ। ਇਹਨਾਂ ਦੀਆਂ ਨੰਗੀਆਂ ਆਵਾਜ਼ਾਂ, ਉੱਤੇ ਹੇਠਾਂ ਵਿਚਕਾਰ, ਇਹਨਾਂ ਦੀਆਂ 6 ਕਹਾਣੀਆਂ ਉੱਪਰ ਕੇਸ ਚੱਲੇ ਆ, ਜਿਹਦੇ ਵਿੱਚੋਂ ਉੱਤੇ ਹੇਠਾਂ ਵਿਚਕਾਰ ਵੀ ਠੀਕ ਜਿਹੀ ਕਹਾਣੀ ਆ। ਕਿ ਇੱਕ ਦੱਸਿਆ ਕਿ ਬਜ਼ੁਰਗ ਮੀਆਂ ਬੀਬੀ ਆ, ਆਪਦੀਆਂ ਬਿਮਾਰੀਆਂ ਦੀ ਜ਼ਿਕਰ ਕਰ ਰਿਹਾ ਕਿ ਹਾਂ ਮੈਨੂੰ ਸਾਹ ਠੀਕ ਆਉਂਦਾ, ਹੁਣ ਮੈਂ ਦਵਾਈ ਲਈ ਸੀ, ਮੇਰੇ ਤੋਂ ਤੁਰਿਆ ਨਹੀਂ ਜਾ ਰਿਹਾ ਇਸ ਤਰ੍ਹਾਂ। ਪਰ ਤੜਕੇ ਉਹਨਾਂ ਦਾ ਮੰਜਾ ਟੁੱਟਿਆ ਪਿਆ ਹੁੰਦਾ, ਨੌਕਰ ਨੂੰ ਕਹਿ ਰਿਹਾ ਹੁੰਦਾ ਕਿ ਮੰਜਾ ਠੀਕ ਕਰਾ ਕੇ ਲਿਆਓ। ਹੱਤਕ ਕਹਾਣੀ ਆ ਨਾ ਜਿਹੜੀ, ਇਹਦੇ ਵਿੱਚ ਧੰਦਾ ਕਰਨ ਵਾਲੀ ਔਰਤ ਦੇ ਮਨ ਨੂੰ ਇੰਨਾ ਬਰੀਕੀ ਨਾਲ ਪੇਸ਼ ਕਰਨ ਦੇ ਵਿੱਚ ਸ਼ਾਇਦ ਹੀ ਕੋਈ ਕਾਮਯਾਬ ਹੋਇਆ ਹੋਵੇ ਜਿੰਨਾ ਇਹ ਲੇਖਕ ਹੋਇਆ। ਇਹ ਧੰਦਾ ਕਰਨ ਵਾਲੀ ਔਰਤ ਹੈ ਜਿਹੜੀ ਇੱਕ ਥੱਕ ਹਾਰ ਕੇ ਰਾਤ ਨੂੰ ਸੁੱਤੀ ਪਈ ਆ ਸ਼ਰਾਬ ਪੀ ਕੇ, ਅਚਾਨਕ ਹੀ ਉਹਦੇ ਕੋਲੇ ਬੰਦਾ ਬਾਹਰ ਖੜਕਾਉਂਦਾ ਕਿ ਬਾਹਰ ਕੋਈ। ਇਹਨਾਂ ਨੂੰ ਜਿਹੜੀਆਂ ਔਰਤਾਂ ਨੂੰ ਪਿਆਰ ਕਰਨ ਵਾਲੇ ਵੀ ਦਿਖਾਏ ਗਏ ਆ, ਅਤੇ ਇਹ ਵੀ ਔਰਤਾਂ ਚਾਹੇ ਧੰਦਾ ਕਰਨ ਵਾਲੀਆਂ, ਪਰ ਜਿਨ੍ਹਾਂ ਨੂੰ ਪਿਆਰ ਕਰਦੀਆਂ ਉਹਨਾਂ ਲਈ ਸਾਰੀ ਆਪਣੀ ਧਨ ਦੌਲਤ ਵੀ ਲੁਟਾ ਦਿੰਦੀਆਂ। ਇਸ ਤਰੀਕੇ ਨਾਲ ਉਹਨਾਂ ਨੇ ਦਿਖਾਇਆ ਕਿ ਉਹਨਾਂ ਲਈ ਧਨ ਦੌਲਤ ਕੁਛ ਵੀ ਨਹੀਂ ਹੁੰਦੀ। ਪਰ ਥੋੜ੍ਹਾ ਜਿਹਾ ਜਿਹੜੀ ਇਹ ਚੀਜ਼ ਆ, ਥੋੜ੍ਹੀ ਜਿਹੀ ਇਹ ਚੀਜ਼ ਨੂੰ, ਜਿਵੇਂ ਆਪਾਂ ਲਾਲ ਬੱਤੀ ਪੜ੍ਹਦੇ ਹਾਂ, ਲਾਲ ਬੱਤੀ ਦਾ ਕੋਈ ਹੋਰ ਮਸਲਾ, ਇਹ ਥੋੜ੍ਹਾ ਜਿਹਾ ਅਲੱਗ ਮਸਲਾ। ਚਾਹੇ ਉਹਨਾਂ ਪ੍ਰਤੀ ਹਮਦਰਦੀ ਤਾਂ ਪੈਦਾ ਹੋ ਰਹੀ ਹੈ, ਪਰ ਉਸ ਧੰਦੇ ਪ੍ਰਤੀ ਬੰਦ ਕਰਨ ਦੇ ਵਿੱਚ ਉਸ ਨੂੰ ਉਦੇਸ਼ ਨਹੀਂ ਦੇ ਰਿਹਾ ਜਿਵੇਂ ਲਾਲ ਬੱਤੀ ਨਾਵਲ ਉਦੇਸ਼ ਦਿੰਦਾ। ਉਹਨੇ ਜਿਹੜੀ ਉਹਨਾਂ ਦੀ ਲਾਲ ਬੱਤੀ ਵਿੱਚ ਸਥਿਤੀ ਬਿਆਨ ਕੀਤੀ ਹੈ, ਜਿਹੜੀ ਉਹ ਕੰਚਨ ਲੜਕੀ ਆ, ਅਤੇ ਜਾਂ ਜਿਹੜੀ ਇੱਕ
ਔਰਤ ਜਿਹੜੀ ਪਹਿਲਾਂ ਬਹੁਤ ਮੰਨੀ ਪ੍ਰਮੰਨੀ ਧੰਦਾ ਕਰਨ ਵਾਲੀ ਔਰਤ ਸੀ ਅਤੇ ਜਿਹਦੇ ਸਰੀਰ ਦੇ ਵਿੱਚੋਂ ਬਦਬੂ ਮਾਰਦਾ ਕੀੜੇ ਪੈਣ ਵਾਲੀ ਸਥਿਤੀ ਹੋ ਜਾਂਦੀ ਹੈ ਅਤੇ ਭੀਖ ਮੰਗਦੀ ਹੈ। ਅਤੇ ਉਹ ਜਿਹੜੀ ਕੰਚਨ ਆ ਬੜੀ ਖੂਬਸੂਰਤ ਕੁੜੀ ਆ, ਉਹ ਵੀ ਆਖਰ ਦੇ ਵਿੱਚ ਉਹਦੇ ਪਾਗਲ ਹੋ ਜਾਂਦੀ ਹੈ ਅਤੇ ਜੂਠੇ ਚੌਲ ਆ ਜਿਹੜੇ ਚੱਕ ਚੱਕ ਕੇ ਖਾਣ ਲੱਗ ਜਾਂਦੀ ਹੈ। ਪਾਟੇ ਕੱਪੜੇ ਹੁੰਦੇ ਆ। ਉਹ ਲਾਲ ਬੱਤੀ ਦੇ ਵਿੱਚ ਕਾਮਯਾਬ ਹੋਇਆ ਇਸ ਧੰਦੇ ਤੋਂ ਲੋਕਾਂ ਨੂੰ ਦੂਰ ਰਹਿਣ ਦੇ ਲਈ, ਚਾਹੇ ਔਰਤ ਨਾਵਲ ਨੂੰ ਪੜ੍ਹੇ ਚਾਹੇ ਮੁੰਡਾ ਪੜ੍ਹੇ, ਕਿਉਂਕਿ ਉਹਨਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਦਾ ਭਿਆਨਕ ਦ੍ਰਿਸ਼ ਬੜਾ ਸਾਹਮਣੇ ਆਉਂਦਾ। ਅਤੇ ਔਰਤਾਂ ਧੰਦਾ ਕਰਨ ਵਾਲੀਆਂ ਦੇ ਸੁਪਨੇ ਤੱਕ ਵੀ ਦੱਸਦਾ ਕਿ ਉਹਨਾਂ ਨੂੰ ਸੁਪਨੇ ਵੀ ਬੁੱਢੀ ਹੋਣ ਦੇ ਆਉਂਦੇ ਆ, ਜਾਂ ਉਹਨਾਂ ਦੀਆਂ ਅੱਗੇ ਬੱਚੀਆਂ ਦੀ ਸਥਿਤੀ ਕਿ ਕਿਵੇਂ ਉਹਨਾਂ ਦੇ ਮਾਵਾਂ ਹੀ ਉਹਨਾਂ ਦੀਆਂ ਛੋਟੀਆਂ ਛੋਟੀਆਂ ਬੱਚੀਆਂ ਨੂੰ ਹੀ ਉਹਨਾਂ ਦੇ ਗੁਪਤ ਅੰਗਾਂ 'ਚ ਹੀ ਕੋਈ ਲੱਕੜੀ ਵਗੈਰਾ ਰੱਖਦੀਆਂ, ਪਾਣੀ 'ਚ ਬਿਠਾ ਦਿੰਦੀਆਂ ਕਿ ਲੱਕੜੀ ਫੁੱਲਦੀ ਆ, ਉਹਨਾਂ ਨੂੰ ਤਕਲੀਫ ਹੁੰਦੀ ਹੈ ਤਾਂ ਕਹਿੰਦੀਆਂ ਕੋਈ ਗੱਲ ਨਹੀਂ, ਤੈਨੂੰ ਅੱਗੇ ਬਹੁਤ ਘੱਟ ਤਕਲੀਫ ਹੋਊਗੀ, ਹੁਣ ਸਹਿ ਲਾ ਜਿੰਨੀ ਸਹੀ ਜਾਂਦੀ ਆ। ਮਤਲਬ ਕਈ ਸਥਿਤੀ ਬਾਅਦ 'ਚ ਫਿਰ ਧੰਦੇ ਵਾਲੀ ਦੀ ਇੱਥੋਂ ਤੱਕ ਆ ਜਾਂਦੀ ਹੈ ਕਿ 500 ਰੁਪਈਆ ਲੈਣ ਵਾਲੀ, ਠੀਕ ਹੈ, 500 ਦੇ ਵਿੱਚ ਵੀ ਗਾਹਕ ਨੂੰ ਦੇਖ ਕੇ ਮੂੰਹ ਮੋੜਨ ਵਾਲੀ ਔਰਤ ਦੀ ਸਥਿਤੀ ਇਹ ਆ ਜਾਂਦੀ ਹੈ ਬੁਢਾਪੇ ਦੇ ਵਿੱਚ ਕਿ ਉਹ ਸੜਕ ਦੇ ਉੱਪਰ ਆ ਜਾਂਦੀ ਆ, ਕਿਉਂਕਿ ਨਵੀਆਂ ਲੜਕੀਆਂ ਧੰਦੇ ਦੇ ਵਿੱਚ ਆ ਜਾਂਦੀਆਂ। ਉਹਦੀ ਸਥਿਤੀ ਹੋ ਜਾਂਦੀ ਆ ਕਿ ਉਹ ਮਿੰਨਤਾਂ ਕਰਦੀ ਆ 5-5 ਰੁਪਈਆਂ ਦੇ ਲਈ ਵੀ, 10-10 ਰੁਪਈਆਂ ਦੇ ਲਈ ਵੀ ਕਿ ਆ ਜਾਓ 10 ਰੁਪਈਏ ਦੇ ਦਿਓ, ਚਾਹੇ ਜਿਵੇਂ ਕਹੋਗੇ ਉਸੇ ਤਰ੍ਹਾਂ ਹੀ ਕਰਾਂਗੇ, ਤੁਹਾਨੂੰ ਖੁਸ਼ ਕਰਕੇ ਭੇਜਾਂਗੇ, ਮਤਲਬ ਜਿਵੇਂ ਤੁਸੀਂ ਕਹੋਗੇ ਉਵੇਂ ਹੀ ਕਰਿਆ ਜਾਊਗਾ। ਇੱਥੋਂ ਤੱਕ ਸਥਿਤੀ ਆ ਜਾਂਦੀ। ਅਤੇ ਉਹ ਜਿਹੜਾ ਨਾਵਲ ਆ ਉਹ ਇਸੇ ਕਰਕੇ ਹੀ ਮਹਾਨ ਨਾਵਲ ਆ। ਇਹਨਾਂ ਦੀ ਜਿਹੜੀ ਹੱਦ ਤੱਕ ਕਹਾਣੀ ਦੇ ਵਿੱਚ ਕੀ ਹੁੰਦਾ ਕਿ ਉਹ ਜਿਹੜੀ ਔਰਤ ਸੁੱਤੀ ਪਈ ਆ ਤਾਂ ਉਹਨੂੰ ਗਾਹਕ ਆ ਜਾਂਦਾ ਕਾਰ ਦੇ ਵਿੱਚ, ਤਾਂ ਉਹ ਤਿਆਰ ਹੋ ਕੇ ਜਲਦੀ ਜਲਦੀ ਜਦੋਂ ਜਾਂਦੀ ਹੈ ਤਾਂ ਉਹ ਗੱਡੀ ਦੇ ਵਿੱਚੋਂ ਬੈਲਟ ਚੱਕ ਕੇ ਉਹਦੇ ਮੂੰਹ 'ਤੇ ਮਾਰ ਕੇ ਅਤੇ ਇਸ ਤਰ੍ਹਾਂ ਮਨਾ ਕਰ ਦਿੰਦਾ ਕਿ ਨਹੀਂ, ਵਧੀਆ ਕੋਈ ਹੋਰ ਲੜਕੀ ਲੈ ਕੇ ਆਓ। ਤਾਂ ਉਹਨੂੰ ਆਪਣੀ ਹੱਦ ਤੱਕ ਮਹਿਸੂਸ ਹੁੰਦੀ ਹੈ, ਬੇਇੱਜ਼ਤੀ ਮਹਿਸੂਸ ਹੁੰਦੀ ਹੈ ਕਿ ਇਹ ਕੀ, ਮੈਂ ਤਾਂ ਕਦੇ ਕਿਸੇ ਗਾਹਕ ਨੂੰ ਸ਼ਕਲ ਦੇਖ ਕੇ ਜਵਾਬ ਨਹੀਂ ਦਿੱਤਾ ਸੀ, ਮੈਂ ਤਾਂ ਹਰ ਇੱਕ ਨੂੰ ਖੁਸ਼ ਕੀਤਾ। ਉਹਦੇ ਅੰਦਰਲੀਆਂ ਮਨ ਦੀਆਂ ਭਾਵਨਾ ਨੂੰ ਬੜੀ ਬਰੀਕੀ ਨਾਲ ਪੇਸ਼ ਕੀਤਾ ਅਤੇ ਅਖੀਰ 'ਤੇ ਉਹ ਜਿਹੜੀ ਔਰਤ ਆ ਉਹਦੇ ਜਿਹੜਾ ਖੁਰਕ ਖਾਧਾ ਕੁੱਤਾ ਸੀ ਉਹਨੂੰ ਗੋਦੀ ਚੱਕਦੀ ਹੈ ਅਤੇ ਆਪਣੀ ਬੁੱਕਲ 'ਚ ਲੈ ਕੇ ਸੌਂ ਜਾਂਦੀ ਹੈ। ਕਾਲੀ ਸਲਵਾਰ ਇਸੇ ਤਰ੍ਹਾਂ ਦੀ ਇੱਕ ਕਹਾਣੀ ਆ, ਬਾਬੂ ਗੋਪੀਨਾਥ ਕਹਾਣੀ ਆ, ਬਹੁਤ ਹੀ ਪ੍ਰਸਿੱਧ ਬੋ ਕਹਾਣੀ ਆ ਇਹਨਾਂ ਦੀ। ਉਹਦੇ ਉੱਪਰ ਵੀ ਕੇਸ ਚੱਲਿਆ ਕਿ ਔਰਤ ਦਾ ਧੰਦਾ ਕਰਨ ਵਾਲੀ ਇੱਕ ਲੜਕਾ ਉੱਪਰੋਂ ਬਾਰੀ ਦੇ ਵਿੱਚੋਂ ਮੀਂਹ ਪੈ ਰਿਹਾ ਅਤੇ ਉਹਨੂੰ ਉੱਪਰ ਬੁਲਾ ਲੈਂਦਾ, ਉਹਦਾ ਜਿਹੜੀਆਂ ਛਾਤੀਆਂ ਉਹ ਕਾਲੀਆਂ ਹੋ ਚੁੱਕੀਆਂ, ਲੜਕੀ ਦੀਆਂ ਮੈਲ ਉਤਰ ਰਹੀ ਆ ਮੀਂਹ ਕਰਕੇ, ਠੀਕ ਹੈ, ਅਤੇ ਹਲਕੀ ਹਲਕੀ ਬਦਬੂ ਆ ਰਹੀ ਆ ਲੜਕੀ ਦੇ ਵਿੱਚ, ਉਹ ਜਿਹਨੂੰ ਬੋ ਕਹਿ ਰਿਹਾ। ਪਰ ਜਿਹੜਾ ਉਹ ਲੜਕਾ ਫਿਰ ਵੀ ਉਹਨੂੰ ਬੋ ਮਹਿਸੂਸ ਨਹੀਂ ਹੋ ਰਹੀ, ਫਿਰ ਵੀ ਉਹ ਆਪਣੀ ਮਸਤੀ ਦੇ ਵਿੱਚ ਹੀ ਆ ਅਤੇ ਉਹ ਲੜਕੀ ਵੀ ਉਹਨੂੰ ਖੁਸ਼ ਕਰਨ ਦੇ ਪੂਰੇ ਯਤਨ ਕਰ ਰਹੀ ਆ। ਪਰ ਜਦੋਂ ਦਿਨ ਅੱਗੇ ਬੀਤਦੇ ਆ ਅਤੇ ਉਹ ਲੜਕਾ ਜਿਹੜਾ ਉਹਦਾ ਵਿਆਹ ਹੋ ਜਾਂਦਾ, ਬੜੀ ਖੂਬਸੂਰਤ ਆ, ਕਾਲਿਆਂ ਦੀ ਸਰੀਰ ਦੀ ਬਜਾਏ ਇੱਕ ਗੋਰਾ ਸਰੀਰ ਆ ਗਿਆ, ਉਹਦੇ ਵਿੱਚੋਂ ਬੋ ਮਾਰ ਰਹੀ ਸੀ, ਉਹਦੇ ਵਿੱਚੋਂ ਬਿਲਕੁਲ ਵੀ ਬੋ ਨਹੀਂ ਮਾਰ ਰਹੀ ਜਿਹੜੀ ਉਹਦੇ ਨਾਲ ਜਿਹਦੇ ਨਾਲ ਉਹਦਾ ਵਿਆਹ ਹੁੰਦਾ। ਪਰ ਜਿਹੜਾ ਉਹ ਲੜਕਾ ਅਤੇ ਉਹ ਮਤਲਬ ਉੱਚੇ ਅਮੀਰ ਘਰ ਦੀ ਲੜਕੀ ਉਹਨੂੰ ਵਿਆਹੀ ਗਈ ਆ, ਪਰ ਉਹਨੂੰ ਉਹ ਪਸੰਦ ਨਹੀਂ ਕਰਦਾ। ਉਹ ਮਹਿਸੂਸ ਕਰਦਾ ਕਿ ਉਹਨੂੰ ਉਹੀ ਜਿਹੜੀ ਉਸ ਦਿਨ ਜਿਹੜੀ ਹਲਕੀ ਹਲਕੀ ਬੋ ਆਈ ਸੀ ਜਿਹੜੀ ਉਹ ਲੜਕੀ ਦੇ ਵਿੱਚੋਂ, ਉਹ ਨਹੀਂ ਮਿਲ ਰਹੀ, ਉਹੀ ਭਾਲਦਾ ਫਿਰਦਾ ਉਹ, ਠੀਕ ਹੈ। ਹੁਣ ਆਪਾਂ ਇਹਨਾਂ ਦੀ ਕਹਾਣੀ ਆ ਜਿਹੜੀ ਆਖਰੀ ਸਲੂਟ, ਸਹਾਏ, ਧੂੰਆਂ, ਨੰਗੀਆਂ ਆਵਾਜ਼ਾਂ, ਹੋਰ ਵੀ ਬਹੁਤ ਸਾਰੀਆਂ ਕਹਾਣੀਆਂ ਤੁਸੀਂ ਜ਼ਰੂਰ ਪੜ੍ਹਨਾ। ਆਪਾਂ ਇਹਨਾਂ ਦੀ ਕਹਾਣੀ ਟੋਭਾ ਟੇਕ ਸਿੰਘ ਵੱਲ ਧਿਆਨ ਦਈਏ। ਬਟਵਾਰੇ ਤੋਂ 2-3 ਸਾਲਾਂ ਮਗਰੋਂ ਪਾਕਿਸਤਾਨ ਅਤੇ ਹਿੰਦੁਸਤਾਨ ਦੀਆਂ ਸਰਕਾਰਾਂ ਨੂੰ ਖਿਆਲ ਆਇਆ ਕਿ ਇਖਲਾਕੀ ਕੈਦੀਆਂ ਵਾਂਗ ਪਾਗਲਾਂ ਦਾ ਵੀ ਤਬਾਦਲਾ ਹੋਣਾ ਚਾਹੀਦਾ ਹੈ। ਜਿਹੜੇ ਮੁਸਲਮਾਨ ਪਾਗਲ ਹਿੰਦੁਸਤਾਨ ਦੇ ਪਾਗਲਖਾਨਿਆਂ ਵਿੱਚ ਨੇ ਉਹਨਾਂ ਨੂੰ ਪਾਕਿਸਤਾਨ ਘੱਲ ਦਿੱਤਾ ਜਾਏ ਅਤੇ ਜਿਹੜੇ ਹਿੰਦੂ ਸਿੱਖ ਪਾਗਲ ਪਾਕਿਸਤਾਨ ਦੇ ਪਾਗਲਖਾਨਿਆਂ 'ਚ ਹਨ ਉਹਨਾਂ ਨੂੰ ਹਿੰਦੁਸਤਾਨ ਭੇਜ ਦਿੱਤਾ ਜਾਏ। ਪਤਾ ਨਹੀਂ ਇਹ ਗੱਲ ਮੁਨਾਫਿਕ ਸੀ ਜਾਂ ਨਹੀਂ, ਫਿਰ ਵੀ ਸਿਆਣਿਆਂ ਦੇ ਫੈਸਲੇ ਅਨੁਸਾਰ ਇੱਧਰ ਉੱਧਰ ਉੱਚੀ ਪੱਧਰ ਦੀਆਂ ਕਾਨਫਰੰਸਾਂ ਹੋਈਆਂ ਅਤੇ ਇੱਕ ਦਿਨ ਪਾਗਲਾਂ ਦੇ ਤਬਾਦਲੇ ਲਈ ਨਿਸ਼ਚਿਤ ਹੋ ਗਿਆ। ਇਸ ਨੂੰ ਪਾਗਲਾਂ ਤੱਕ ਹੀ ਸੀਮਿਤ ਨਾ ਰੱਖਣਾ ਅਤੇ ਪਾਗਲਖਾਨੇ ਨੂੰ ਪਾਗਲਖਾਨੇ ਤੱਕ ਹੀ ਸੀਮਿਤ ਨਾ ਰੱਖਣਾ। ਕਹਾਣੀ ਵਿੱਚ ਕਾਨਫਰੰਸਾਂ ਹੋਈਆਂ ਅਤੇ ਇੱਕ ਦਿਨ ਪਾਗਲਾਂ ਦੇ ਤਬਾਦਲੇ ਲਈ ਨਿਸ਼ਚਿਤ ਹੋ ਗਿਆ। ਚੰਗੀ ਤਰ੍ਹਾਂ ਖੋਜ ਕੀਤੀ ਗਈ। ਉਹ ਮੁਸਲਮਾਨ ਪਾਗਲ ਜਿਨ੍ਹਾਂ ਦੇ ਸੰਬੰਧੀ ਹਿੰਦੁਸਤਾਨ ਵਿੱਚ ਹੀ ਸਨ ਉਹਨਾਂ ਨੂੰ ਉੱਥੇ ਹੀ ਰਹਿਣ ਦਿੱਤਾ ਗਿਆ, ਬਾਕੀਆਂ ਨੂੰ ਸਰਹੱਦ ਭੇਜ ਦਿੱਤਾ ਗਿਆ। ਪਾਕਿਸਤਾਨ 'ਚੋਂ ਲਗਭਗ ਸਾਰੇ ਹਿੰਦੂ ਸਿੱਖ ਜਾ ਚੁੱਕੇ ਸਨ, ਇਸ ਲਈ ਉਹਨਾਂ ਨੂੰ ਰੱਖਣ ਦਾ ਸਵਾਲ ਹੀ ਪੈਦਾ ਨਾ ਹੋਇਆ।
ਸਾਰੇ ਹਿੰਦੂ ਸਿੱਖ ਪਾਗਲਾਂ ਨੂੰ ਪੁਲਿਸ ਦੀ ਹਿਫਾਜ਼ਤ ਵਿੱਚ ਸਰਹੱਦ ਤੇ ਪਹੁੰਚਾ ਦਿੱਤਾ ਗਿਆ। ਉਧਰ ਦਾ ਤਾਂ ਪਤਾ ਨਹੀਂ, ਪਰ ਇੱਧਰ ਲਾਹੌਰ ਦੇ ਪਾਗਲਖਾਨੇ ਵਿੱਚ ਜਦੋਂ ਇਸ ਤਬਾਦਲੇ ਦੀ ਖਬਰ ਪਹੁੰਚੀ ਤਾਂ ਬੜੀ ਦਿਲਚਸਪ ਚਰਚਾ ਹੋਣ ਲੱਗੀ। ਇੱਕ ਮੁਸਲਮਾਨ ਪਾਗਲ ਜਿਹੜਾ 12 ਸਾਲਾਂ ਤੋਂ ਹਰ ਰੋਜ਼ ਜ਼ਮੀਂਦਾਰ ਅਖਬਾਰ ਪੜ੍ਹਦਾ ਸੀ, ਉਸ ਕੋਲੋਂ ਜਦੋਂ ਉਹਦੇ ਦੋਸਤ ਨੇ ਪੁੱਛਿਆ, ਮੌਲਵੀ ਸਾਹਿਬ ਇਹ ਪਾਕਿਸਤਾਨ ਕੀ ਹੁੰਦਾ ਹੈ, ਤਾਂ ਉਹਨੇ ਬੜੇ ਸੋਚ ਵਿਚਾਰ ਤੋਂ ਬਾਅਦ ਜਵਾਬ ਦਿੱਤਾ, ਹਿੰਦੁਸਤਾਨ ਵਿੱਚ ਇੱਕ ਅਜਿਹੀ ਥਾਂ ਹੈ ਜਿੱਥੇ ਉਸਤਰੇ ਬਣਦੇ ਨੇ। ਇਹ ਜਵਾਬ ਸੁਣ ਕੇ ਉਹਦਾ ਮਿੱਤਰ ਜਿਹੜਾ ਸੰਤੁਸ਼ਟ ਹੋ ਗਿਆ। ਇਸੇ ਤਰ੍ਹਾਂ ਇੱਕ ਸਿੱਖ ਪਾਗਲ ਨੇ ਇੱਕ ਦੂਜੇ ਸਿੱਖ ਪਾਗਲ ਤੋਂ ਪੁੱਛਿਆ, ਸਰਦਾਰ ਜੀ ਸਾਨੂੰ ਹਿੰਦੁਸਤਾਨ ਕਿਉਂ ਭੇਜਿਆ ਜਾ ਰਿਹਾ ਹੈ, ਸਾਨੂੰ ਤਾਂ ਉੱਥੋਂ ਦੀ ਬੋਲੀ ਨਹੀਂ ਆਉਂਦੀ। ਦੂਜਾ ਮੁਸਕਰਾਇਆ, ਮੈਨੂੰ ਹਿੰਦੁਸਤਾਨ ਦੀ ਬੋਲੀ ਆਉਂਦੀ ਏ, ਹਿੰਦੁਸਤਾਨੀ ਬੜੇ ਸ਼ੈਤਾਨੀ ਆਕੜ ਫਿਰਦੇ ਨੇ। ਇੱਕ ਮੁਸਲਮਾਨ ਪਾਗਲ ਨੇ ਨਹਾਉਂਦਿਆਂ ਪਾਕਿਸਤਾਨ ਜਿੰਦਾਬਾਦ ਦਾ ਨਾਰਾ ਇੰਨੇ ਜ਼ੋਰ ਨਾਲ ਮਾਰਿਆ ਕਿ ਉਹ ਤਿਲਕ ਕੇ ਫਰਸ਼ ਤੇ ਡਿੱਗ ਕੇ ਬੇਹੋਸ਼ ਹੋ ਗਿਆ। ਕਈ ਪਾਗਲ ਅਜਿਹੇ ਵੀ ਸਨ ਜਿਹੜੇ ਪਾਗਲ ਨਹੀਂ ਸਨ। ਉਹਨਾਂ ਵਿੱਚ ਬਹੁ ਗਿਣਤੀ ਅਜਿਹੇ ਕਾਤਲਾਂ ਦੀ ਸੀ ਜਿਨ੍ਹਾਂ ਦੇ ਸਾਕ ਸੰਬੰਧੀਆਂ ਨੇ ਅਫਸਰਾਂ ਨੂੰ ਕੁਝ ਦੇ ਦਵਾ ਕੇ ਉਹਨਾਂ ਨੂੰ ਪਾਗਲਖਾਨੇ ਭਜਵਾ ਦਿੱਤਾ ਸੀ ਜੋ ਫਾਂਸੀ ਚੜ੍ਹਨੋਂ ਬਚ ਜਾਣ। ਇਹ ਕੁਝ ਸਮਝਦੇ ਸਨ ਕਿ ਹਿੰਦੁਸਤਾਨ ਕਿਉਂ ਵੰਡਿਆ ਗਿਆ ਹੈ ਅਤੇ ਇਹ ਪਾਕਿਸਤਾਨ ਕੀ ਹੈ, ਪਰ ਸਹੀ ਗੱਲਾਂ ਦਾ ਇਹਨਾਂ ਨੂੰ ਵੀ ਪਤਾ ਨਹੀਂ ਸੀ। ਅਖਬਾਰਾਂ ਤੋਂ ਕੁਝ ਪਤਾ ਨਹੀਂ ਸੀ ਲੱਗਦਾ ਅਤੇ ਪਹਿਰੇਦਾਰ ਸਿਪਾਹੀ ਅਨਪੜ੍ਹ ਮੂਰਖ ਸਨ। ਉਹਨਾਂ ਦੀ ਗੱਲਬਾਤ ਤੋਂ ਵੀ ਉਹ ਕੋਈ ਅਨੁਮਾਨ ਨਹੀਂ ਲਾ ਸਕਦੇ ਸਨ। ਉਹਨਾਂ ਨੂੰ ਸਿਰਫ ਇੰਨਾ ਪਤਾ ਸੀ ਕਿ ਇੱਕ ਆਦਮੀ ਮੁਹੰਮਦ ਅਲੀ ਜਿੰਨਾ ਹੈ, ਜਿਹਨੂੰ ਕਾਇਦੇ ਆਜ਼ਮ ਕਹਿੰਦੇ ਹਨ, ਉਹਨੇ ਮੁਸਲਮਾਨਾਂ ਦੇ ਲਈ ਇੱਕ ਵੱਖਰਾ ਮੁਲਕ ਬਣਾਇਆ ਹੈ ਜਿਹਦਾ ਨਾਂ ਪਾਕਿਸਤਾਨ ਹੈ। ਉਹ ਕਿੱਥੇ ਹੈ, ਉਹਦਾ ਆਲਾ ਦੁਆਲਾ ਕੀ ਹੈ, ਇਸ ਬਾਰੇ ਉਹ ਕੁਝ ਨਹੀਂ ਸਨ ਜਾਣਦੇ। ਇਹ ਵੀ ਕਾਰਨ ਸੀ ਕਿ ਪਾਗਲਖਾਨੇ ਵਿੱਚ ਉਹ ਪਾਗਲ ਜਿਨ੍ਹਾਂ ਦਾ ਦਿਮਾਗ ਪੂਰੀ ਤਰ੍ਹਾਂ ਨਹੀਂ ਸੀ ਹਿੱਲਿਆ ਇਸ ਉਲਝਣ ਵਿੱਚ ਸਨ ਕਿ ਉਹ ਪਾਕਿਸਤਾਨ ਵਿੱਚ ਨੇ ਜਾਂ ਹਿੰਦੁਸਤਾਨ ਵਿੱਚ। ਜੇਕਰ ਹਿੰਦੁਸਤਾਨ ਵਿੱਚ ਨੇ ਤਾਂ ਪਾਕਿਸਤਾਨ ਕਿੱਥੇ ਹੈ? ਜੇਕਰ ਉਹ ਪਾਕਿਸਤਾਨ ਵਿੱਚ ਨੇ ਤਾਂ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਉਹ ਕੁਝ ਚਿਰ ਪਹਿਲਾਂ ਇੱਥੇ ਰਹਿੰਦੇ ਹੋਏ ਵੀ ਹਿੰਦੁਸਤਾਨ ਵਿੱਚ ਸਨ। ਇੱਕ ਪਾਗਲ ਤਾਂ ਪਾਕਿਸਤਾਨ ਅਤੇ ਹਿੰਦੁਸਤਾਨ ਤੇ ਪਾਕਿਸਤਾਨ ਦੇ ਚੱਕਰ ਵਿੱਚ ਕੁਝ ਅਜਿਹਾ ਫਸਿਆ ਕਿ ਉਹ ਜ਼ਿਆਦਾ ਪਾਗਲ ਹੋ ਗਿਆ। ਝਾੜੂ ਫੇਰਦਾ ਉਹ ਇੱਕ ਰੁੱਖ ਉੱਤੇ ਚੜ੍ਹ ਗਿਆ ਅਤੇ ਇੱਕ ਟਾਹਣ ਉੱਤੇ ਬਹਿ ਕੇ 2 ਘੰਟੇ ਭਾਸ਼ਣ ਕਰਦਾ ਰਿਹਾ ਜਿਹੜਾ ਪਾਕਿਸਤਾਨ ਅਤੇ ਹਿੰਦੁਸਤਾਨ ਦੇ ਨਾਜ਼ੁਕ ਮਸਲੇ ਤੇ ਸੀ। ਸਿਪਾਹੀਆਂ ਨੇ ਉਹਨੂੰ ਹੇਠਾਂ ਉਤਾਰਨ ਲਈ ਕਿਹਾ ਤਾਂ ਉਹ ਹੋਰ ਉੱਤੇ ਚੜ੍ਹ ਗਿਆ। ਉਹਨੂੰ ਡਰਾਇਆ ਧਮਕਾਇਆ ਗਿਆ ਤਾਂ ਉਹਨੇ ਕਿਹਾ, ਮੈਂ ਨਾ ਹਿੰਦੁਸਤਾਨ ਵਿੱਚ ਰਹਿਣਾ ਚਾਹੁੰਦਾ ਹਾਂ ਨਾ ਪਾਕਿਸਤਾਨ ਵਿੱਚ, ਮੈਂ ਇਸੇ ਰੁੱਖ ਉੱਤੇ ਹੀ ਰਵਾਂਗਾ। ਕੁਝ ਚਿਰ ਮਗਰੋਂ ਜਦੋਂ ਉਹਦਾ ਦੌਰਾ ਘਟਿਆ ਤਾਂ ਉਹ ਹੇਠਾਂ ਉਤਰਿਆ ਅਤੇ ਆਪਣੇ ਹਿੰਦੂ ਸਿੱਖ ਦੋਸਤਾਂ ਦੇ ਗਲ ਲੱਗ ਕੇ ਰੋਣ ਲੱਗ ਪਿਆ। ਇਸ ਵਿਚਾਰ ਨਾਲ ਉਹਦਾ ਮਨ ਭਰ ਆਇਆ ਕਿ ਉਹ ਉਹਨੂੰ ਛੱਡ ਕੇ ਹਿੰਦੁਸਤਾਨ ਤੁਰ ਜਾਣਗੇ। ਇੱਕ SSC ਪਾਸ ਰੇਡੀਓ ਇੰਜੀਨੀਅਰ ਜਿਹੜਾ ਮੁਸਲਮਾਨ ਸੀ, ਉਹ ਦੂਜੇ ਪਾਗਲਾਂ ਨਾਲੋਂ ਵੱਖਰਾ ਬਾਗ ਦੀ ਇੱਕ ਖਾਸ ਬਾਗ ਡੰਡੀ ਤੇ ਸਾਰਾ ਦਿਨ ਚੁੱਪ ਕੀਤਾ ਟਹਿਲਦਾ ਰਹਿੰਦਾ ਸੀ। ਉਹਦੇ ਵਿੱਚ ਇਹ ਤਬਦੀਲੀ ਹੋਈ ਕਿ ਉਹਨੇ ਆਪਣੇ ਸਾਰੇ ਕੱਪੜੇ ਲਾ ਕੇ ਦਫੇਦਾਰ ਦੇ ਹਵਾਲੇ ਕਰ ਦਿੱਤੇ ਅਤੇ ਨੰਗਾ ਹੋ ਕੇ ਬਾਗ ਵਿੱਚ ਫਿਰਨਾ ਸ਼ੁਰੂ ਕਰ ਦਿੱਤਾ। ਚਨਿਓਟ ਦਾ ਇੱਕ ਮੋਟਾ ਮੁਸਲਮਾਨ ਪਾਗਲ ਜਿਹੜਾ ਮੁਸਲਿਮ ਲੀਗ ਦਾ ਇੱਕ ਸਰਗਰਮ ਮੈਂਬਰ ਰਹਿ ਚੁੱਕਾ ਸੀ, ਦਿਨ ਵਿੱਚ 15-16 ਵਾਰੀ ਨਹਾਉਂਦਾ ਸੀ। ਉਹਨੇ ਇੱਕਦਮ ਆਪਣੀ ਆਦਤ ਛੱਡ ਦਿੱਤੀ। ਉਹਦਾ ਨਾਂ ਮੁਹੰਮਦ ਅਲੀ ਸੀ। ਉਹਨੇ ਇੱਕਦਮ ਆਪਣੀ ਇਹ ਆਦਤ ਛੱਡ ਦਿੱਤੀ ਤੇ ਦਿਨ ਆਪਣੇ ਜੰਗਲੇ ਵਿੱਚੋਂ ਐਲਾਨ ਕਰ ਦਿੱਤਾ ਕਿ ਉਹ ਕਾਇਦੇ ਆਜ਼ਮ ਮੁਹੰਮਦ ਅਲੀ ਜਿੰਨਾ ਹੈ। ਉਹਦੀ ਵੇਖਾ ਵੇਖੀ ਇੱਕ ਸਿੱਖ ਪਾਗਲ ਮਾਸਟਰ ਤਾਰਾ ਸਿੰਘ ਬਣ ਗਿਆ। ਉਸ ਜੰਗਲੇ ਵਿੱਚ ਖੂਨ ਖਰਾਬਾ ਹੋਣ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖ ਕੇ ਉਹਨਾਂ ਦੋਹਾਂ ਨੂੰ ਖਤਰਨਾਕ ਪਾਗਲ ਕਰਾਰ ਦੇ ਕੇ ਵੱਖਰੇ ਜੰਗਲਿਆਂ ਵਿੱਚ ਬੰਦ ਕਰ ਦਿੱਤਾ ਗਿਆ। ਠੀਕ ਹੈ, ਧਿਆਨ ਦੇਣਾ। ਲਾਹੌਰ ਦਾ ਇੱਕ ਹਿੰਦੂ ਵਕੀਲ ਸੀ ਜਿਹੜਾ ਕਿਸੇ ਦੇ ਇਸ਼ਕ ਵਿੱਚ ਪਾਗਲ ਹੋ ਗਿਆ ਸੀ। ਜਦੋਂ ਉਹਨੇ ਸੁਣਿਆ ਕਿ ਅੰਮ੍ਰਿਤਸਰ ਹਿੰਦੁਸਤਾਨ ਵਿੱਚ ਆ ਗਿਆ ਹੈ ਤਾਂ ਉਹਨੂੰ ਬੜਾ ਦੁੱਖ ਹੋਇਆ। ਉਸੇ ਸ਼ਹਿਰ ਦੀ ਇੱਕ ਹਿੰਦੂ ਕੁੜੀ ਨਾਲ ਉਹਨੂੰ ਮੁਹੱਬਤ ਹੋ ਗਈ ਸੀ,
ਭਾਵੇਂ ਉਹਨੇ ਇਸ ਵਕੀਲ ਨੂੰ ਠੁਕਰਾ ਦਿੱਤਾ ਸੀ, ਪਰ ਦੀਵਾਨਗੀ ਦੀ ਹਾਲਤ ਵਿੱਚ ਵੀ ਇਹ ਉਸ ਕੁੜੀ ਨੂੰ ਨਹੀਂ ਸੀ ਭੁੱਲਿਆ। ਇਸ ਲਈ ਉਹ ਉਹਨਾਂ ਸਾਰੇ ਮੁਸਲਮਾਨ ਲੀਡਰਾਂ ਨੂੰ ਗਾਲਾਂ ਕੱਢਦਾ ਸੀ ਜਿਨ੍ਹਾਂ ਰਲ ਮਿਲ ਕੇ ਹਿੰਦੁਸਤਾਨ ਦੇ ਦੋ ਟੋਟੇ ਕਰ ਦਿੱਤੇ ਤੇ ਉਹਦੀ ਪ੍ਰੇਮਿਕਾ ਹਿੰਦੁਸਤਾਨੀ ਬਣ ਗਈ ਤੇ ਉਹ ਪਾਕਿਸਤਾਨੀ। ਜਦੋਂ ਤਬਾਦਲੇ ਦੀ ਗੱਲ ਸ਼ੁਰੂ ਹੋਈ ਤਾਂ ਵਕੀਲ ਨੂੰ ਕਈ ਪਾਗਲਾਂ ਨੇ ਸਮਝਾਇਆ ਉਹ ਚਿੱਤ ਮਾੜਾ ਨਾ ਕਰੇ, ਉਹਨੂੰ ਹਿੰਦੁਸਤਾਨ ਵਾਪਸ ਭੇਜ ਦਿੱਤਾ ਜਾਏਗਾ। ਉਹ ਹਿੰਦੁਸਤਾਨ ਵਿੱਚ ਜਿੱਥੇ ਉਹਦੀ ਪ੍ਰੇਮਿਕਾ ਰਹਿੰਦੀ ਏ, ਪਰ ਉਹ ਲਾਹੌਰ ਛੱਡਣਾ ਨਹੀਂ ਸੀ ਚਾਹੁੰਦਾ। ਉਹਦਾ ਵਿਚਾਰ ਸੀ ਕਿ ਅੰਮ੍ਰਿਤਸਰ ਵਿੱਚ ਉਹਦੀ ਪ੍ਰੈਕਟਿਸ ਨਹੀਂ ਚੱਲਣੀ। ਯੂਰਪੀਅਨ ਵਾਰਡ ਵਿੱਚ 2 ਐਂਗਲੋ ਇੰਡੀਅਨ ਪਾਗਲ ਸਨ। ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਹਿੰਦੁਸਤਾਨ ਨੂੰ ਆਜ਼ਾਦ ਕਰਕੇ ਅੰਗਰੇਜ਼ ਟੁਰ ਗਏ ਨੇ ਤਾਂ ਉਹਨਾਂ ਨੂੰ ਬੜਾ ਦੁੱਖ ਹੋਇਆ। ਉਹ ਲੁਕ ਕੇ ਘੰਟਿਆਂ ਬੱਧੀ ਇਸ ਮਸਲੇ 'ਤੇ ਗੱਲਬਾਤ ਕਰਦੇ ਰਹਿੰਦੇ ਕਿ ਪਾਗਲਖਾਨੇ ਵਿੱਚ ਉਹਨਾਂ ਦੀ ਹੈਸੀਅਤ ਕਿਸ ਤਰ੍ਹਾਂ ਦੀ ਹੋਵੇਗੀ, ਯੂਰਪੀਅਨ ਵਾਰਡ ਰਹੇਗਾ ਜਾਂ ਖ਼ਤਮ ਕਰ ਦਿੱਤਾ ਜਾਏਗਾ, ਬ੍ਰੇਕਫਾਸਟ ਮਿਲਿਆ ਕਰੇਗਾ ਜਾਂ ਨਹੀਂ, ਕਿ ਉਹਨਾਂ ਨੂੰ ਡਬਲ ਰੋਟੀ ਦੀ ਥਾਂ ਬਲੱਡੀ ਇੰਡੀਅਨ ਚਪਾਤੀ ਤਾਂ ਨਹੀਂ ਡੱਫਣੀ ਪਵੇਗੀ। ਇੱਕ ਸਿੱਖ ਸੀ ਜਿਹਨੂੰ ਪਾਗਲਖਾਨੇ ਵਿੱਚ ਦਾਖਲ ਹੋਇਆ 15 ਸਾਲ ਹੋ ਚੁੱਕੇ ਸਨ। ਹਰ ਵੇਲੇ ਉਹਦੇ ਮੂੰਹੋਂ ਅਜੀਬ ਜਿਹੇ ਸ਼ਬਦ ਸੁਣਾਈ ਦਿੰਦੇ ਸੀ। ਓਪੜ ਦੀ ਗੜਗੜ ਦੀ ਐਕਸ ਦੀ ਬੇਧਿਆਨਾ ਦੀ ਮੂੰਗ ਦੀ ਦਾਲ ਆਫ ਦੀ ਲਾਲਟਨ। ਉਹ ਨਾ ਦਿਨੇ ਸੌਂਦਾ ਸੀ ਨਾ ਰਾਤੀ। ਪਹਿਰੇਦਾਰਾਂ ਦਾ ਇਹ ਕਹਿਣਾ ਸੀ ਕਿ 15 ਸਾਲਾਂ ਦੇ ਸਮੇਂ ਵਿੱਚ ਉਹ ਨਾ ਤਾਂ ਇੱਕ ਪਲ ਸੁੱਤਾ ਤੇ ਨਾ ਹੀ ਲੇਟਿਆ ਏ। ਕਦੀ ਕਦੀ ਕਿਸੇ ਕੰਧ ਨਾਲ ਢੋ ਲਾ ਲੈਂਦਾ ਏ। ਹਰ ਵੇਲੇ ਖਲੋਤਾ ਰਹਿਣ ਕਰਕੇ ਉਹਦੇ ਪੈਰ ਸੁੱਜ ਗਏ ਸਨ ਅਤੇ ਪਿੰਜਣੀਆਂ ਵੀ ਫੁੱਲ ਗਈਆਂ ਸਨ, ਪਰ ਇਸ ਸਰੀਰਕ ਕਸ਼ਟ ਦੇ ਬਾਵਜੂਦ ਉਹ ਲੰਮਾ ਪੈ ਕੇ ਆਰਾਮ ਨਹੀਂ ਸੀ ਕਰਦਾ। ਹਿੰਦੁਸਤਾਨ, ਪਾਕਿਸਤਾਨ ਅਤੇ ਪਾਗਲਾਂ ਦੇ ਤਬਾਦਲੇ ਬਾਰੇ ਜਦੋਂ ਕੋਈ ਪਾਗਲਖਾਨੇ ਵਿੱਚ ਗੱਲ ਹੁੰਦੀ ਸੀ ਤਾਂ ਉਹ ਧਿਆਨ ਨਾਲ ਸੁਣਦਾ ਸੀ। ਕੋਈ ਉਹਨੂੰ ਪੁੱਛਦਾ ਕਿ ਉਹਦਾ ਕੀ ਖਿਆਲ ਹੈ ਕਿ ਉਹ ਬੜੀ ਗੰਭੀਰਤਾ ਨਾਲ ਜਵਾਬ ਦਿੰਦਾ, ਓਪੜ ਦੀ ਗੜਗੜ ਦੀ ਐਕਸ ਦੀ ਬੇਧਿਆਨਾ ਦੀ ਮੂੰਗ ਦੀ ਦਾਲ ਆਫ ਦੀ ਪਾਕਿਸਤਾਨ ਗੌਰਮੈਂਟ। ਪਰ ਬਾਅਦ ਵਿੱਚ ਆਫ ਦੀ ਪਾਕਿਸਤਾਨ ਗੌਰਮੈਂਟ ਦਾ ਥਾਂ ਆਫ ਦੀ ਟੋਬਾ ਟੇਕ ਸਿੰਘ ਗੌਰਮੈਂਟ ਨੇ ਲੈ ਲਈ ਅਤੇ ਉਹਨੇ ਦੂਜੇ ਪਾਗਲਾਂ ਤੋਂ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਟੋਬਾ ਟੇਕ ਸਿੰਘ ਕਿੱਥੇ ਹੈ, ਜਿੱਥੋਂ ਦਾ ਉਹ ਰਹਿਣ ਵਾਲਾ ਸੀ। ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਟੋਬਾ ਟੇਕ ਸਿੰਘ ਪਾਕਿਸਤਾਨ ਵਿੱਚ ਜਾਂ ਹਿੰਦੁਸਤਾਨ ਵਿੱਚ। ਜਿਹੜੇ ਦੱਸਣ ਦੀ ਕੋਸ਼ਿਸ਼ ਕਰਦੇ ਸਨ ਉਹ ਆਪ ਇਸ ਉਲਝਣ ਵਿੱਚ ਫਸ ਜਾਂਦੇ ਸਨ ਕਿ ਸਿਆਲਕੋਟ ਪਹਿਲਾਂ ਹਿੰਦੁਸਤਾਨ ਵਿੱਚ ਹੁੰਦਾ ਸੀ, ਪਰ ਸੁਣਿਆ ਇਹ ਹੁਣ ਪਾਕਿਸਤਾਨ ਵਿੱਚ ਹੈ। ਕੀ ਪਤਾ ਇਹ ਲਾਹੌਰ ਵਿੱਚ। ਜਿਹੜਾ ਹੁਣ ਪਾਕਿਸਤਾਨ ਵਿੱਚ ਹੈ ਕੱਲ੍ਹ ਨੂੰ ਹਿੰਦੁਸਤਾਨ ਵਿੱਚ ਚਲਾ ਜਾਏਗਾ ਜਾਂ ਸਾਰਾ ਹਿੰਦੁਸਤਾਨ ਹੀ ਪਾਕਿਸਤਾਨ ਬਣ ਜਾਏਗਾ। ਇਹ ਵੀ ਕੌਣ ਛਾਤੀ ਉੱਤੇ ਹੱਥ ਰੱਖ ਕੇ ਕਹਿ ਸਕਦਾ ਸੀ। ਭਾਈ ਹਿੰਦੁਸਤਾਨ ਅਤੇ ਪਾਕਿਸਤਾਨ ਦੋਵੇਂ ਕਿਸੇ ਦਿਨ ਗਾਇਬ ਹੀ ਹੋ ਜਾਣਗੇ। ਉਹ ਪਾਗਲ ਸਿੱਖ ਦੇ ਕੇਸ ਵਿਰਲੇ ਹੋ ਕੇ ਬਹੁਤ ਹੀ ਥੋੜ੍ਹੇ ਰਹਿ ਗਏ ਸਨ। ਉਹ ਬਹੁਤ ਘੱਟ ਨਹਾਉਂਦਾ ਸੀ, ਇਸ ਲਈ ਦਾੜ੍ਹੀ ਅਤੇ ਸਿਰ ਦੇ ਵਾਲ ਆਪੋ ਵਿੱਚ ਜੁੜ ਗਏ ਸਨ, ਜਿਸ ਕਰਕੇ ਉਹਦੀ ਸ਼ਕਲ ਡਰਾਉਣੀ ਹੋ ਗਈ ਸੀ, ਪਰ ਆਦਮੀ ਭਲਾ ਮਾਨਸ ਸੀ। 15 ਸਾਲਾਂ ਵਿੱਚ ਉਹਨੇ ਕਿਸੇ ਨਾਲ ਲੜਾਈ ਝਗੜਾ ਨਹੀਂ ਸੀ ਕੀਤਾ। ਪਾਗਲਖਾਨੇ ਦੇ ਪੁਰਾਣੇ ਕਰਮਚਾਰੀ ਉਹਦੇ ਬਾਰੇ ਇੰਨਾ ਹੀ ਜਾਣਦੇ ਸਨ ਕਿ ਟੋਬਾ ਟੇਕ ਸਿੰਘ ਵਿੱਚ ਉਹਦੀ ਬਹੁਤ ਸਾਰੀ ਜ਼ਮੀਨ ਸੀ, ਚੰਗਾ ਖਾਂਦਾ ਪੀਂਦਾ ਜ਼ਮੀਂਦਾਰ ਸੀ ਕਿ ਅਚਾਨਕ ਉਹਦਾ ਦਿਮਾਗ ਫਿਰ ਗਿਆ। ਉਹਦੇ ਰਿਸ਼ਤੇਦਾਰ ਉਹਨੂੰ ਲੋਹੇ ਦੇ ਸੰਗਲਾਂ ਨਾਲ ਬੰਨ੍ਹ ਕੇ ਲਿਆਏ ਅਤੇ ਪਾਗਲਖਾਨੇ ਵਿੱਚ ਦਾਖਲ ਕਰਵਾ ਗਏ। ਉਹ ਮਹੀਨੇ 'ਚ ਇੱਕ ਵਾਰੀ ਮੁਲਾਕਾਤ ਲਈ ਆਉਂਦੇ ਸਨ ਤੇ ਰਾਜੀ ਬਾਜੀ ਪੁੱਛ ਕੇ ਟੁਰ ਜਾਂਦੇ ਸਨ। ਬੜੇ ਚਿਰ ਤਾਈਂ ਇਹ ਸਿਲਸਿਲਾ ਚੱਲਦਾ ਰਿਹਾ, ਪਰ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਦੇ ਰੌਲੇ ਪਏ ਤਾਂ ਉਹਨਾਂ ਦਾ ਆਉਣਾ ਬੰਦ ਹੋ ਗਿਆ। ਉਹਦਾ ਨਾਂ ਬਿਸ਼ਨ ਸਿੰਘ ਸੀ, ਪਰ ਸਾਰੇ ਉਸ ਨੂੰ ਟੋਬਾ ਟੇਕ ਸਿੰਘ ਕਹਿੰਦੇ ਸਨ। ਉਹਨੂੰ ਦਿਨ ਵਾਰ ਦਾ ਉੱਕਾ ਹੀ ਪਤਾ ਨਹੀਂ ਸੀ। ਕਿੰਨੇ ਸਾਲ ਬੀਤ ਗਏ ਨੇ ਉਹ ਇਹ ਵੀ ਨਹੀਂ ਸੀ ਜਾਣਦਾ, ਪਰ ਹਰ ਮਹੀਨੇ ਜਦੋਂ ਉਹਦੇ ਰਿਸ਼ਤੇਦਾਰ ਉਹਨੂੰ ਮਿਲਣ ਲਈ ਆਉਂਦੇ ਸਨ ਤਾਂ ਉਹਨੂੰ ਆਪਣੇ ਆਪ ਪਤਾ ਲੱਗ ਜਾਂਦਾ ਸੀ। ਇਸ ਲਈ ਉਹ ਦਫੇਦਾਰ ਨੂੰ ਕਹਿੰਦਾ ਕਿ ਉਹਦੀ ਮੁਲਾਕਾਤ ਆ ਰਹੀ ਹੈ। ਉਸ ਦਿਨ ਉਹ ਚੰਗੀ ਤਰ੍ਹਾਂ ਨਹਾਉਂਦਾ, ਪਿੰਡੇ 'ਤੇ ਚੰਗੀ ਤਰ੍ਹਾਂ ਸਾਬਣ ਮਲਦਾ ਅਤੇ ਸਿਰ ਨੂੰ ਤੇਲ ਲਾ ਕੇ ਕੰਘਾ ਕਰਦਾ। ਆਪਣੇ ਕੱਪੜੇ ਜਿਹੜੇ ਉਹ ਕਦੀ ਵਰਤਦਾ ਨਹੀਂ ਸੀ ਕਢਵਾ ਕੇ ਪਾਉਂਦਾ ਅਤੇ ਇਸ ਤਰ੍ਹਾਂ ਬਣ ਠਣ ਕੇ ਮਿਲਣ ਵਾਲਿਆਂ ਕੋਲ ਜਾਂਦਾ। ਉਹ ਉਸ ਤੋਂ ਕੁਝ ਪੁੱਛਦੇ ਤਾਂ ਉਹ ਚੁੱਪ ਰਹਿੰਦਾ ਜਾਂ ਕਦੀ ਕਦੀ ਓਪੜ ਦੀ ਗੜਗੜ ਦੀ ਐਕਸ ਦੀ ਬੇਧਿਆਨਾ ਦੀ ਮੂੰਗ ਦੀ ਦਾਲ ਆਫ ਦੀ ਲਾਲਟਨ ਕਹਿ ਦਿੰਦਾ। ਉਹਦੀ ਇੱਕ ਕੁੜੀ ਸੀ ਜਿਹੜੀ ਹਰ ਮਹੀਨੇ ਉਂਗਲ ਵੱਧਦੀ 15 ਸਾਲਾਂ ਵਿੱਚ ਜਵਾਨ ਹੋ ਗਈ। ਬਿਸ਼ਨ ਸਿੰਘ ਉਹਨੂੰ ਪਛਾਣਦਾ ਹੀ ਨਹੀਂ ਸੀ। ਜਦੋਂ ਉਹ ਬਾਲੜੀ ਸੀ ਤਦ ਵੀ ਆਪਣੇ ਪਿਓ ਨੂੰ ਵੇਖ ਕੇ ਰੋਂਦੀ ਸੀ, ਜਵਾਨ ਹੋਈ ਤਦ ਵੀ ਉਹਦੀਆਂ ਅੱਖਾਂ 'ਚੋਂ
ਅਥਰੂ ਵਗ ਪੈਂਦੇ ਸਨ। ਪਾਕਿਸਤਾਨ ਅਤੇ ਹਿੰਦੁਸਤਾਨ ਦਾ ਕਿੱਸਾ ਸ਼ੁਰੂ ਹੋਇਆ ਤਾਂ ਉਹਨੇ ਦੂਜੇ ਪਾਗਲਾਂ ਤੋਂ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਟੋਬਾ ਟੇਕ ਸਿੰਘ ਕਿੱਥੇ ਹੈ। ਜਦੋਂ ਕੋਈ ਤਸੱਲੀ ਬਖਸ਼ ਜਵਾਬ ਨਾ ਮਿਲਿਆ ਤਾਂ ਉਹਦੀ ਉਤਸੁਕਤਾ ਦਿਨੋਂ ਦਿਨ ਵੱਧਦੀ ਗਈ। ਹੁਣ ਮੁਲਾਕਾਤ ਵੀ ਨਹੀਂ ਸੀ ਆਉਂਦੀ। ਪਹਿਲਾਂ ਤਾਂ ਉਹਨੂੰ ਆਪਣੇ ਆਪ ਪਤਾ ਲੱਗ ਜਾਂਦਾ ਸੀ ਕਿ ਮਿਲਣ ਵੇਲੇ ਆ ਰਹੇ ਨੇ, ਪਰ ਹੁਣ ਜਿਵੇਂ ਉਹਦੇ ਦਿਲ ਦੀ ਆਵਾਜ਼ ਬੰਦ ਹੋ ਗਈ ਸੀ ਜਿਹੜੀ ਉਹਨੂੰ ਆਉਣ ਵਾਲਿਆਂ ਦੀ ਖਬਰ ਦੇ ਦਿਆ ਕਰਦੀ ਸੀ। ਉਹਦੀ ਬੜੀ ਖਾਹਿਸ਼ ਸੀ ਕਿ ਉਹ ਲੋਕ ਆਉਣ ਜਿਹੜੇ ਉਸ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਸਨ ਅਤੇ ਉਹਦੇ ਲਈ ਫਲ, ਮਠਿਆਈ ਅਤੇ ਕੱਪੜੇ ਲਿਆਉਂਦੇ ਸਨ। ਜੇਕਰ ਉਹ ਉਹਨਾਂ ਕੋਲੋਂ ਪੁੱਛਦਾ ਕਿ ਟੋਬਾ ਟੇਕ ਸਿੰਘ ਕਿੱਥੇ ਵੈ ਤਾਂ ਉਹ ਜ਼ਰੂਰ ਉਹਨੂੰ ਦੱਸ ਦਿੰਦੇ ਕਿ ਪਾਕਿਸਤਾਨ ਵਿੱਚ ਜਾਂ ਹਿੰਦੁਸਤਾਨ ਵਿੱਚ, ਕਿਉਂਕਿ ਉਹਦਾ ਵਿਚਾਰ ਸੀ ਕਿ ਉਹ ਟੋਬਾ ਟੇਕ ਸਿੰਘ ਤੋਂ ਹੀ ਆਉਂਦੇ ਨੇ ਜਿੱਥੇ ਉਹਦੀਆਂ ਜ਼ਮੀਨਾਂ ਨੇ। ਪਾਗਲਖਾਨੇ ਵਿੱਚ ਇੱਕ ਪਾਗਲ ਅਜਿਹਾ ਵੀ ਸੀ ਜਿਹੜਾ ਆਪਣੇ ਆਪ ਨੂੰ ਖੁਦਾ ਕਹਿੰਦਾ ਸੀ। ਉਸ ਤੋਂ ਇੱਕ ਦਿਨ ਬਿਸ਼ਨ ਸਿੰਘ ਨੇ ਪੁੱਛਿਆ ਕਿ ਟੋਬਾ ਟੇਕ ਸਿੰਘ ਪਾਕਿਸਤਾਨ ਵਿੱਚ ਜਾਂ ਹਿੰਦੁਸਤਾਨ ਵਿੱਚ, ਤਾਂ ਉਹ ਆਪਣੀ ਆਦਤ ਦੇ ਮੁਤਾਬਕ ਉੱਚੀ ਉੱਚੀ ਹੱਸਿਆ ਤੇ ਕਹਿਣ ਲੱਗਿਆ, ਉਹ ਨਾ ਪਾਕਿਸਤਾਨ ਵਿੱਚ ਹੈ ਤੇ ਨਾ ਹਿੰਦੁਸਤਾਨ ਵਿੱਚ ਹੈ, ਕਿਉਂ ਜੋ ਅਸੀਂ ਅਜੇ ਤਾਈਂ ਹੁਕਮ ਹੀ ਨਹੀਂ ਦਿੱਤਾ। ਬਿਸ਼ਨ ਸਿੰਘ ਨੇ ਉਸ ਖੁਦਾ ਦੀ ਕਈ ਵਾਰੀ ਮਿਹਨਤ ਕੀਤੀ ਤੇ ਕਿਹਾ ਕਿ ਉਹ ਹੁਕਮ ਦੇ ਦੇਵੇ ਤਾਂ ਜੋ ਛਾਪਾ ਮੁੱਕੇ, ਪਰ ਖੁਦਾ ਬੜਾ ਰੁੱਝਿਆ ਹੋਇਆ ਸੀ ਕਿਉਂਕਿ ਉਹਨੇ ਹੋਰ ਬਹੁਤ ਸਾਰੇ ਹੁਕਮ ਦੇਣੇ ਸਨ। ਇੱਕ ਦਿਨ ਤੰਗ ਆ ਕੇ ਉਹ ਖੁਦਾ ਨੂੰ ਟੁੱਟ ਕੇ ਪਿਆ। ਉੱਪਰ ਦੀ ਗੜ ਦੀ ਐਕਸ ਦੀ ਬੇਧਿਆਨਾਂ ਦੀ ਮੂੰਗ ਦੀ ਦਾਲ ਆਫ ਵਾਹਿਗੁਰੂ ਜੀ ਕਾ ਖਾਲਸਾ ਐਂਡ ਵਾਹਿਗੁਰੂ ਜੀ ਕੀ ਫਤਿਹ, ਜੋ ਬੋਲੇ ਸੋ ਨਿਹਾਲ। ਸ਼ਾਇਦ ਇਹ ਮਤਲਬ ਸੀ ਕਿ ਤੂੰ ਮੁਸਲਮਾਨਾਂ ਦਾ ਖੁਦਾ ਹੈ, ਸਿੱਖਾਂ ਦਾ ਖੁਦਾ ਹੁੰਦਾ ਤਾਂ ਮੇਰੀ ਗੱਲ ਜ਼ਰੂਰ ਸੁਣਦਾ। ਤਬਾਦਲੇ ਤੋਂ ਕੁਝ ਦਿਨ ਪਹਿਲਾਂ ਟੋਬਾ ਟੇਕ ਸਿੰਘ ਦਾ ਇੱਕ ਮੁਸਲਮਾਨ ਜਿਹੜਾ ਬਿਸ਼ਨ ਸਿੰਘ ਦਾ ਦੋਸਤ ਸੀ ਮੁਲਾਕਾਤ ਲਈ ਆਇਆ। ਪਹਿਲਾਂ ਉਹ ਕਦੀ ਨਹੀਂ ਸੀ ਆਇਆ। ਜਦੋਂ ਬਿਸ਼ਨ ਸਿੰਘ ਨੇ ਉਹਨੂੰ ਵੇਖਿਆ ਤਾਂ ਇੱਕ ਪਾਸੇ ਹਟ ਗਿਆ ਤੇ ਮੁੜ ਲੱਗਾ, ਪਰ ਸਿਪਾਹੀਆਂ ਨੇ ਉਹਨੂੰ ਰੋਕ ਕੇ ਕਿਹਾ, ਇਹ ਤੈਨੂੰ ਮਿਲਣ ਆਇਆ ਹੈ, ਤੇਰਾ ਦੋਸਤ ਫਜ਼ਲਦੀਨ ਹੈ। ਬਿਸ਼ਨ ਸਿੰਘ ਫਜ਼ਲਦੀਨ ਨੂੰ ਵੇਖ ਕੇ ਬੁੜ ਕਰਨ ਲੱਗਾ ਤਾਂ ਫਜ਼ਲਦੀਨ ਨੇ ਅੱਗੇ ਹੋ ਕੇ ਉਹਦੇ ਮੋਢੇ ਉੱਤੇ ਹੱਥ ਰੱਖ ਕੇ ਕਿਹਾ, ਮੈਂ ਕਈ ਦਿਨਾਂ ਤੋਂ ਸੋਚ ਰਿਹਾ ਸੀ ਕਿ ਤੈਨੂੰ ਮਿਲਾਂ, ਪਰ ਵੇਲ ਹੀ ਨਹੀਂ ਮਿਲੀ। ਤੇਰੇ ਸਾਰੇ ਆਦਮੀ ਠੀਕ ਠਾਕ ਹਿੰਦੁਸਤਾਨ ਚਲੇ ਗਏ ਸੀ। ਮੈਥੋਂ ਜਿੰਨੀ ਕੁ ਮਦਦ ਹੋਈ ਮੈਂ ਕੀਤੀ। ਤੇਰੀ ਧੀ ਰੂਪ ਕੌਰ। ਉਹ ਕੁਝ ਕਹਿੰਦਾ ਰੁਕ ਗਿਆ। ਬਿਸ਼ਨ ਸਿੰਘ ਕੁਝ ਚੇਤੇ ਕਰਨ ਲੱਗਾ। ਧੀ ਰੂਪ ਕੌਰ? ਫਜ਼ਲਦੀਨ ਨੇ ਰੁਕ ਕੇ ਕਿਹਾ, ਹਾਂ ਉਹ ਵੀ ਠੀਕ ਠਾਕ ਹੈ, ਉਹਨਾਂ ਦੇ ਨਾਲ ਹੀ ਟੁਰ ਗਈ ਸੀ। ਬਿਸ਼ਨ ਸਿੰਘ ਚੁੱਪ ਰਿਹਾ। ਫਜ਼ਲਦੀਨ ਨੇ ਕਹਿਣਾ ਸ਼ੁਰੂ ਕੀਤਾ, ਉਹਨਾਂ ਮੈਨੂੰ ਕਿਹਾ ਸੀ ਕਿ ਮੈਂ ਤੇਰੀ ਰਾਜੀ ਬਾਜੀ ਪੁੱਛਦਾ ਰਹਾਂ। ਹੁਣ ਮੈਂ ਸੋਚਿਆ ਕਿ ਤੂੰ ਹਿੰਦੁਸਤਾਨ ਜਾ ਰਹੀ ਹੈ। ਭਰਾ ਬਲਬੀਰ ਸਿੰਘ ਅਤੇ ਭਰਾ ਵਧਾਵਾ ਸਿੰਘ ਨੂੰ ਸਲਾਮ ਆਖੀ ਅਤੇ ਭੈਣ ਅੰਮ੍ਰਿਤ ਕੌਰ ਨੂੰ ਵੀ। ਭਰਾ ਬਲਬੀਰ ਸਿੰਘ ਨੂੰ ਕਹਿਣਾ ਕਿ ਫਜ਼ਲਦੀਨ ਰਾਜੀ ਖੁਸ਼ੀ ਹੈ। 2 ਬੋਰੀਆਂ ਮੱਝਾਂ ਜਿਹੜੀਆਂ ਉਹ ਛੱਡ ਗਏ ਸਨ, ਉਹਨਾਂ ਵਿੱਚੋਂ ਇੱਕ ਨੇ ਕੱਟਾ ਦਿੱਤਾ ਹੈ ਤੇ ਦੂਜੀ ਨੇ ਕੱਟੀ। ਪਰ ਉਹ 6 ਦਿਨਾਂ ਦੀ ਹੋ ਕੇ ਮਰ ਗਈ। ਹੋਰ ਮੇਰੇ ਲਾਇਕ ਕੋਈ ਸੇਵਾ ਹੋਵੇ ਤਾਂ ਦੱਸ, ਮੈਂ ਹਰ ਵੇਲੇ ਤਿਆਰ ਹਾਂ। ਤੇਰੇ ਲਈ ਥੋੜ੍ਹੇ ਜਿਹੇ ਮਰੂੰਡੇ ਲਿਆਇਆ ਹਾਂ। ਬਿਸ਼ਨ ਸਿੰਘ ਨੇ ਮਰੂੰਡਿਆਂ ਦੀ ਪੋਟਲੀ ਲੈ ਕੇ ਕੋਲ ਖਲੋਤੇ ਸਿਪਾਹੀ ਨੂੰ ਦੇ ਦਿੱਤੀ ਅਤੇ ਫਜ਼ਲਦੀਨ ਨੂੰ ਪੁੱਛਿਆ, ਟੋਬਾ ਟੇਕ ਸਿੰਘ ਕਿੱਥੇ ਹੈ? ਟੋਬਾ ਟੇਕ ਸਿੰਘ? ਉਹਨੇ ਕੁਝ ਹੈਰਾਨ ਹੋ ਕੇ ਕਿਹਾ, ਕਿੱਥੇ ਹੈ? ਉੱਥੇ ਹੀ ਹੈ ਜਿੱਥੇ ਪਹਿਲਾਂ ਸੀ। ਬਿਸ਼ਨ ਸਿੰਘ ਨੇ ਪੁੱਛਿਆ, ਪਾਕਿਸਤਾਨ ਵਿੱਚ ਜਾਂ ਹਿੰਦੁਸਤਾਨ ਵਿੱਚ? ਹਿੰਦੁਸਤਾਨ ਵਿੱਚ ਨਹੀਂ, ਪਾਕਿਸਤਾਨ ਵਿੱਚ। ਫਜ਼ਲਦੀਨ ਬੌਂਦਲ ਜਿਹਾ ਕਿਹਾ। ਬਿਸ਼ਨ ਸਿੰਘ ਮੁੜ ਬੁੜ ਕਰਦਾ ਟੁਰ ਗਿਆ ਤੇ ਉੱਪਰ ਦੀ ਗੜ ਦੀ ਐਕਸ ਦੀ ਧਿਆਨਾਂ ਦੀ ਮੂੰਗ ਦੀ ਦਾਲ ਆਫ ਦੀ ਪਾਕਿਸਤਾਨ ਐਂਡ ਹਿੰਦੁਸਤਾਨ ਦੀ ਦੁਰ ਫਟੇ ਮੂੰਹ। ਤਬਾਦਲੇ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਸਨ। ਇੱਧਰੋਂ ਉੱਧਰੋਂ ਅਤੇ ਉੱਧਰੋਂ ਇੱਧਰੋਂ ਆਉਣ ਵਾਲੇ ਪਾਗਲਾਂ ਦੀਆਂ ਸੂਚੀਆਂ ਪਹੁੰਚ ਗਈਆਂ ਸਨ। ਤਬਾਦਲੇ ਦਾ ਦਿਨ ਵੀ ਨਿਸ਼ਚਿਤ ਹੋ ਗਿਆ। ਕੜਾਕੇ ਦੀ ਠੰਡ ਸੀ। ਜਦੋਂ ਲਾਹੌਰ ਦੇ ਪਾਗਲਖਾਨੇ 'ਚੋਂ ਹਿੰਦੂ ਸਿੱਖ ਪਾਗਲਾਂ ਨਾਲ ਭਰੀਆਂ ਹੋਈਆਂ ਲਾਰੀਆਂ ਪੁਲਿਸ ਦੇ ਸੁਰੱਖਿਅਤ ਦਸਤਿਆਂ ਦੇ ਨਾਲ ਟੁਰੀਆਂ ਤਾਂ ਸੰਬੰਧਿਤ ਅਫਸਰ ਵੀ ਉਹਨਾਂ ਦੇ ਨਾਲ ਸਨ। ਵਾਘੇ ਬਾਰਡਰ 'ਤੇ ਦੋਹਾਂ ਪਾਸਿਆਂ ਦੇ ਸੁਪਰਡੈਂਟ ਇੱਕ ਦੂਜੇ ਨੂੰ ਮਿਲੇ ਅਤੇ ਮੁੱਢਲੀ ਕਾਰਵਾਈ ਖਤਮ ਹੋਣ ਮਗਰੋਂ ਤਬਾਦਲਾ ਸ਼ੁਰੂ ਹੋ ਗਿਆ, ਜਿਹੜਾ ਸਾਰੀ ਰਾਤ ਚੱਲਦਾ ਰਿਹਾ। ਪਾਗਲਾਂ ਨੂੰ ਲਾਰੀਆਂ 'ਚੋਂ ਕੱਢਣਾ ਅਤੇ ਉਹਨਾਂ ਨੂੰ ਦੂਜੇ ਅਫਸਰਾਂ ਦੇ ਹਵਾਲੇ ਕਰਨਾ ਬੜਾ ਔਖਾ ਕੰਮ ਸੀ। ਕਈ ਤਾਂ ਬਾਹਰ ਨਹੀਂ ਸਨ ਨਿਕਲਦੇ। ਜਿਹੜੇ ਨਿਕਲਣ ਲਈ ਤਿਆਰ ਹੁੰਦੇ ਸਨ ਉਹਨਾਂ ਨੂੰ ਸੰਭਾਲਣਾ ਬੜਾ ਔਖਾ ਹੁੰਦਾ ਸੀ, ਕਿਉਂਕਿ ਉਹ ਇੱਧਰ ਉੱਧਰ ਦੌੜ ਪੈਂਦੇ ਸੀ। ਜਿਹੜੇ ਨੰਗੇ ਸਨ ਉਹਨਾਂ ਨੂੰ ਕੱਪੜੇ ਪਵਾਏ ਜਾਂਦੇ ਤਾਂ ਉਹ ਪਾੜ ਕੇ ਲਾ ਸੁੱਟਦੇ। ਕੋਈ ਗਾਲਾਂ ਕੱਢ ਰਿਹਾ ਸੀ ਅਤੇ ਕੋਈ ਗਾਉਂਦਾ ਪਿਆ ਸੀ। ਆਪੋ ਵਿੱਚ ਲੜ ਪੜ ਰਹੇ ਸਨ, ਰੋ ਰਹੇ ਸਨ। ਕੰਨੀ ਪਈ ਆਵਾਜ਼ ਨਹੀਂ ਸੀ ਸੁਣਦੀ।
ਪਾਗਲ ਜਨਾਨੀਆਂ ਦਾ ਰੌਲਾ ਗੌਲਾ ਵੱਖਰਾ ਸੀ। ਠੰਡ ਇੰਨੀ ਕੜਾਕੇ ਦੀ ਸੀ ਕਿ ਹੱਥ ਪੈਰ ਸੁੰਨ ਹੋ ਰਹੇ ਸਨ। ਬਹੁਤੇ ਪਾਗਲ ਇਸ ਤਬਾਦਲੇ ਦੇ ਹੱਕ ਵਿੱਚ ਨਹੀਂ ਸਨ, ਕਿਉਂਕਿ ਉਹਨਾਂ ਨੂੰ ਸਮਝ ਨਹੀਂ ਸੀ ਆਉਂਦੀ ਪਈ ਕਿ ਉਹਨਾਂ ਨੂੰ ਆਪਣੀ ਥਾਂ ਤੋਂ ਪੁੱਟ ਕੇ ਕਿੱਥੇ ਸੁੱਟਿਆ ਜਾ ਰਿਹਾ ਹੈ। ਜਿਹੜੇ ਕੁਝ ਸੋਚ ਰਹੇ ਸਨ ਉਹ ਪਾਕਿਸਤਾਨ ਜਿੰਦਾਬਾਦ ਦੇ ਨਾਅਰੇ ਮਾਰ ਰਹੇ ਸਨ। 2-3 ਵਾਰੀ ਤਾਂ ਫਸਾਦ ਹੁੰਦਾ ਬਚਿਆ, ਕਿਉਂਕਿ ਕਈ ਮੁਸਲਮਾਨਾਂ ਅਤੇ ਸਿੱਖਾਂ ਨੂੰ ਇਹ ਨਾਅਰੇ ਸੁਣ ਕੇ ਤੈਸ਼ ਆ ਗਿਆ ਸੀ। ਜਦੋਂ ਬਿਸ਼ਨ ਸਿੰਘ ਦੀ ਵਾਰੀ ਆਈ ਅਤੇ ਵਾਘੇ ਦੇ ਪਾਰ ਸੰਬੰਧਿਤ ਅਫਸਰ ਉਹਦਾ ਨਾਂ ਰਜਿਸਟਰ ਵਿੱਚ ਲਿਖਣ ਲੱਗਾ ਤਾਂ ਉਹਨੇ ਪੁੱਛਿਆ, ਟੋਬਾ ਟੇਕ ਸਿੰਘ ਕਿੱਥੇ ਆ? ਪਾਕਿਸਤਾਨ ਵਿੱਚ ਜਾਂ ਹਿੰਦੁਸਤਾਨ ਵਿੱਚ? ਸੰਬੰਧਿਤ ਅਫਸਰ ਹੱਸਿਆ, ਪਾਕਿਸਤਾਨ ਵਿੱਚ। ਇਹ ਸੁਣ ਕੇ ਬਿਸ਼ਨ ਸਿੰਘ ਟੱਪ ਕੇ ਇੱਕ ਪਾਸੇ ਹਟਿਆ ਤੇ ਭੱਜ ਕੇ ਆਪਣੇ ਬਾਕੀ ਰਹਿੰਦੇ ਸਾਥੀਆਂ ਵਿੱਚ ਜਾ ਰਲਿਆ। ਪਾਕਿਸਤਾਨੀ ਸਿਪਾਹੀਆਂ ਉਹਨੂੰ ਫੜ ਲਿਆ ਤੇ ਦੂਜੇ ਪਾਸੇ ਵੱਲ ਲਿਜਾਣ ਲੱਗੇ, ਪਰ ਉਹਨੇ ਚੱਲਣ ਤੋਂ ਇਨਕਾਰ ਕਰ ਦਿੱਤਾ। ਟੋਬਾ ਟੇਕ ਸਿੰਘ ਕਿੱਥੇ ਆ? ਅਤੇ ਉੱਚੀ ਆਵਾਜ਼ ਵਿੱਚ ਬੋਲਿਆ, ਉੱਪਰ ਦੀ ਗੜ ਦੀ ਆਖਰ ਦੀ ਬੇਧਿਆਨਾ, ਮੂੰਗ ਦੀ ਦਾਲ ਆਫ ਦੀ ਟੋਬਾ ਟੇਕ ਸਿੰਘ ਐਂਡ ਪਾਕਿਸਤਾਨ। ਉਹਨੂੰ ਬੜਾ ਸਮਝਾਇਆ ਗਿਆ ਕਿ ਵੇਖ, ਹੁਣ ਟੋਬਾ ਟੇਕ ਸਿੰਘ ਹਿੰਦੁਸਤਾਨ ਵਿੱਚ ਚਲਾ ਗਿਆ ਹੈ, ਜੇ ਨਹੀਂ ਗਿਆ ਤਾਂ ਉਹਨੂੰ ਤੁਰੰਤ ਉੱਥੇ ਭੇਜ ਦਿੱਤਾ ਜਾਏਗਾ, ਪਰ ਉਹ ਨਾ ਮੰਨਿਆ। ਜਦੋਂ ਉਹਨੂੰ ਧੱਕੇ ਨਾਲ ਦੂਜੇ ਪਾਸੇ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਵਿਚਕਾਰ ਜਾ ਕੇ ਇੱਕ ਥਾਂ ਤੇ ਆਪਣੀਆਂ ਸੁੱਜੀਆਂ ਹੋਈਆਂ ਲੱਤਾਂ ਤੇ ਇਸ ਤਰ੍ਹਾਂ ਖਲੋ ਗਿਆ ਜਿਵੇਂ ਕੋਈ ਤਾਕਤ ਉਹਨੂੰ ਉੱਥੋਂ ਹਟਾ ਨਹੀਂ ਸਕੇਗੀ। ਉਹ ਕਿਸੇ ਨੂੰ ਹਾਨੀ ਪਹੁੰਚਾਉਣ ਵਾਲਾ ਬੰਦਾ ਨਹੀਂ ਸੀ, ਇਸ ਲਈ ਉਸ ਨਾਲ ਹੋਰ ਧੱਕਾ ਨਾ ਕੀਤਾ ਗਿਆ। ਉਹਨੂੰ ਉੱਥੇ ਹੀ ਖਲੋਤਾ ਰਹਿਣ ਦਿੱਤਾ ਗਿਆ ਤੇ ਬਾਕੀ ਕੰਮ ਹੁੰਦਾ ਰਿਹਾ। ਸੂਰਜ ਚੜ੍ਹਨ ਤੋਂ ਪਹਿਲਾਂ ਚੁੱਪ ਖਲੋਤੇ ਬਿਸ਼ਨ ਸਿੰਘ ਦੇ ਸੰਗ 'ਚੋਂ ਅਸਮਾਨ ਚੀਰਦੀ ਇੱਕ ਚੀਕ ਨਿਕਲੀ। ਇੱਧਰੋਂ ਉੱਧਰੋਂ ਕਈ ਅਫਸਰ ਭੱਜੇ ਅਤੇ ਵੇਖਿਆ ਕਿ ਉਹ ਬੰਦਾ ਜਿਹੜਾ 15 ਸਾਲ ਦਿਨ ਰਾਤ ਆਪਣੀਆਂ ਲੱਤਾਂ 'ਤੇ ਖਲੋਤਾ ਰਿਹਾ, ਮੂਧੇ ਮੂੰਹ ਪਿਆ ਸੀ। ਉੱਧਰ ਕੰਡੇਦਾਰ ਤਾਰ ਦੇ ਪਿੱਛੇ ਹਿੰਦੁਸਤਾਨ ਸੀ ਅਤੇ ਇੱਧਰ ਉਸੇ ਤਰ੍ਹਾਂ ਤਾਰਾਂ ਦੇ ਪਿੱਛੇ ਪਾਕਿਸਤਾਨ। ਵਿਚਕਾਰ ਧਰਤੀ ਦੇ ਟੋਟੇ 'ਤੇ ਜਿਹਦਾ ਕੋਈ ਨਾਂ ਨਹੀਂ ਸੀ, ਟੋਬਾ ਟੇਕ ਸਿੰਘ ਪਿਆ ਸੀ।